जिन हर की हर कथा सुनाई, तिस गुर को सद बलिहारुणे। जिन हर सेवा बनत बनाई, सो सतगुर प्यारा मेरे नाल है। जिथे किथे मैनू ले छुड़ाई, तू सुमरथ अकथ अगोचर। जियो पिंड तेरी रास, रहम तेरी सुख पाया सदा। नानक की अरदास, ज्यों लावे त्यों बोला स्वामी। कुदरत कवण हमारी, साध संग नानक जस गायो। जो प्रभु की अत प्यारी, अगम अगोचर। सच साहिब मेरा, नानक बोले बुलाया तेरा। श्री वाहिगुरु साहिब जी। समर्थ गुरु सिर नाथ धरिया, गुर कीनी कृपा हर नाम दिया। जिस देख चरण अगन हरिया, निस बासुर एक समान ध्यान। सो नाम सुने सुत भान डरिया। भान दास सुआस जगत रघु की, पारस भेट पारस करिया। रामदास गुरु हर सत किया। समर्थ गुरु सिर हाथ धरिया। रामदास गुरु हर सत किया। समर्थ गुरु सिर हाथ धरिया। समर्थ गुरु सिर हाथ धरिया। वाहिगुरु जी का खालसा, वाहिगुरु जी की फतेह। परम सत्कार ते सन्मानियो, चबर छत्र तखत दे मालिक, जुगो जुग अटल, सर्व सांझी वालता दे पैगंबर, दीन दुनी दे राखे, मुफ्ता दे सांझे रहबर, गुरता गद्दी ते सुभाईमान, हालत पालत के रखियक, सर्व सुखों के दाते सतगुर धन 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 साहिब श्री गुरु ग्रंथ साहिब जी महाराज।
ਸਾਹਿਬਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਸਿੱਖ ਸੰਗਤਾਂ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਵਡਭਾਗੇ ਹੋ, ਧੰਨਤਾ ਦੇ ਯੋਗ ਹੋ। ਰਵੀ ਗੁਰਬਾਣੀ ਦੇ ਨਿਤਨੇਮ ਪੜ੍ਹਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਹੁਤ ਹੀ ਪਿਆਰ ਸਤਿਕਾਰ ਨਾਲ ਆਸਾ ਜੀ ਕੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਨੇ। ਉਪਰੰਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹੋਏ ਇੱਕ ਬਖਸ਼ਿਸ਼ ਆਪਣੇ ਸਾਰਿਆਂ ਦੇ ਝੋਲੀ ਵਿੱਚ ਇਹ ਪਾਈ ਕਿ ਸਾਨੂੰ ਆਪਣੀ ਗੋਦ ਵਿੱਚ ਬਿਠਾ ਕੇ ਚੱਲ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ ਗੁਰ ਸ਼ਬਦ ਵਿਚਾਰ ਨਾਲ ਬ੍ਰਹਮ ਵਿਚਾਰ ਨਾਲ ਜੁੜਨ ਦਾ ਸੁਭਾਗ ਸਮਾਂ ਵੀ ਬਖਸ਼ਿਸ਼ ਕੀਤਾ ਹੈ। ਆਓ ਇਸ ਮਿਲੇ ਹੋਏ ਸਮੇਂ ਨੂੰ ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਗਾਇਨ ਕਰਕੇ ਹੋਰ ਵੀ ਕੀਮਤੀ ਬਣਾਈਏ, ਸਫਲ ਕਰੀਏ, ਸਾਰਥਕ ਕਰੀਏ। ਸਤਿਗੁਰੂ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਸੁਣ ਕੇ ਮੰਨਣ ਦਾ ਯਤਨ ਕਰੀਏ, ਹਿਰਦੇ ਵਿੱਚ ਕਮਾਉਣ ਦਾ ਯਤਨ ਕਰੀਏ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ। ਗੁਰੂ ਦਰਬਾਰ ਵਿੱਚ, ਗੁਰੂ ਘਰ ਵਿੱਚ ਅਸੀਂ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਗੁਰੂ ਚਰਨਾਂ ਵਿੱਚ ਆਉਣਾ, ਗੁਰੂ ਗੋਦੀ ਵਿੱਚ ਬੈਠਣਾ, ਸਤਿਗੁਰਾਂ ਦੇ ਸਨਮੁਖ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸੁਣਨਾ, ਇਹ ਬਹੁਤ ਹੀ ਉੱਤਮ ਕਰਮਾਂ ਦੀ ਬਾਤ ਹੈ। ਬਹੁਤ ਹੀ ਵੱਡੇ ਤੇ ਉੱਚੇ ਕਰਮਾਂ ਦੀ ਗੱਲ ਹੈ। ਨਹੀਂ, ਅੱਜ ਜਿਹੋ ਜਿਹਾ ਸਮਾਂ ਚੱਲ ਰਿਹਾ ਹੈ, ਕਲਯੁਗ ਦਾ ਦੌਰ ਹੈ, ਕਲਯੁਗ ਦੀ ਭਿਆਨਕ ਹਵਾ ਚੱਲ ਰਹੀ ਹੈ। ਸਾਰਾ ਵਾਤਾਵਰਨ ਵੀ, ਮਾਹੌਲ ਵੀ ਡਿਸਟਰਬ ਹੈ। ਬਹੁਤਾਤ ਗਿਣਤੀ ਵਿੱਚ ਲੋਕ, ਮਨੁੱਖਤਾ ਅਸ਼ਾਂਤ ਹੈ। ਕਿਸੇ ਵੀ ਖੇਤਰ, ਕਿਸੇ ਵੀ ਫੀਲਡ ਵਿੱਚ ਦੇਖੀਏ, ਬਹੁਤ ਘੱਟ ਜਿਗਿਆਸੂ ਪ੍ਰਾਣੀ ਮਿਲਣਗੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਕਿਣਕਾ ਵਸਿਆ ਹੋਇਆ ਹੈ। ਉਹ ਕੁਝ ਸ਼ਾਂਤੀ ਦੇ ਪਲ ਬਤੀਤ ਕਰਦੇ ਨੇ, ਆਨੰਦ ਦੇ ਪਲ, ਆਨੰਦ ਦੀਆਂ ਘੜੀਆਂ ਬਤੀਤ ਕਰਦੇ ਨੇ। ਆਪਣੇ ਆਪ ਨੂੰ, ਆਪਣੇ ਮਨ ਨੂੰ ਟਿਕਾ ਕੇ ਗੁਰੂ ਚਰਨਾਂ ਦੇ ਉਸ ਪਾਵਨ ਪਵਿੱਤਰ ਆਤਮਿਕ ਸੁੱਖ, ਆਤਮਿਕ ਆਨੰਦ ਨੂੰ ਮਾਣਦੇ ਨੇ। ਤਾਂ ਨਹੀਂ, ਇਨਸਾਨ ਭਟਕ ਰਿਹਾ ਹੈ, ਕਲਪ ਰਿਹਾ ਹੈ, ਖਿਝ ਰਿਹਾ ਹੈ। ਸਭ ਕੁਝ ਹੁੰਦਿਆਂ ਹੋਇਆਂ ਵੀ ਸ਼ਾਂਤੀ ਨਹੀਂ, ਸਭ ਕੁਝ ਹੁੰਦਿਆਂ ਹੋਇਆਂ ਵੀ ਮਨ ਖੁਸ਼ ਨਹੀਂ। ਸਭ ਤੋਂ ਵੱਡੀ ਸੁਗਾਤ ਪਰਮਾਤਮਾ ਦੀ ਖੁਸ਼ ਰਹਿਣਾ ਹੁੰਦਾ ਹੈ, ਸੁੱਖਾਂ ਵਿੱਚ ਰਹਿਣਾ ਹੁੰਦਾ ਹੈ। ਸੁੱਖ ਮਤਲਬ ਜਿਹਦੇ ਵਿੱਚ ਮਨ ਸੁਖੀ ਹੋਵੇ, ਮਨ ਆਨੰਦ ਵਿੱਚ ਹੋਵੇ, ਮਨ ਖੇੜੇ ਵਿੱਚ ਹੋਵੇ। ਇਹ ਗੁਰੂ ਦੀ ਬਖਸ਼ਿਸ਼ ਨਾਲ ਹੀ ਇਸ ਤਰ੍ਹਾਂ ਰਿਹਾ ਜਾ ਸਕਦਾ ਹੈ। ਨਹੀਂ ਤਾਂ ਹਾਲਾਤਾਂ ਦੇ ਮੁਤਾਬਿਕ ਇਨਸਾਨ ਦਾ ਜੀਵਨ ਜਿਹੜਾ ਹੈ ਉਹ ਡਿਸਟਰਬ ਹੋ ਜਾਂਦਾ ਹੈ, ਉਹ ਡੋਲ ਜਾਂਦਾ ਹੈ। ਅਡੋਲਤਾ ਗੁਰੂ ਦੇ ਚਰਨਾਂ ਵਿੱਚ, ਅਡੋਲਤਾ ਗੁਰੂ ਨਾਲ ਜੁੜਿਆ, ਗੁਰੂ ਦੇ ਸ਼ਬਦ ਦੀ ਕਮਾਈ ਕਰਿਆ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਜਦੋਂ ਉਸ ਮਾਰਗ ਤੇ ਚੱਲਦੇ ਆ, ਫਿਰ ਹੀ ਇਨਸਾਨ ਅਡੋਲਤਾ ਵਿੱਚ ਆਉਂਦਾ ਹੈ। ਔਰ ਅਡੋਲਤਾ ਸੰਪੂਰਨ ਤੌਰ ਤੇ ਗੁਰੂ ਚਰਨਾਂ ਵਿੱਚ ਹੀ ਆ ਕੇ ਮਿਲਦੀ ਹੈ। ਕਈ ਵਾਰ ਇਨਸਾਨ ਚਾਹੁੰਦਾ ਹੈ ਕਿ ਕੋਈ ਨਾ ਕੋਈ ਜ਼ਿੰਦਗੀ ਵਿੱਚ ਇਹੋ ਜਿਹਾ ਸਹਾਰਾ ਮਿਲੇ
ਜ਼ਿੰਦਗੀ ਵਿੱਚ ਕੋਈ ਇਹੋ ਜਿਹਾ ਮੇਰਾ ਆਸਰਾ ਬਣੇ ਜਿਹਦੇ ਨਾਲ ਲੱਗ ਕੇ ਮੈਂ ਡੋਲਾ ਨਾ, ਅਡੋਲਤਾ ਬਣੀ ਰਵੇ, ਮੇਰੇ ਤੇ ਉਹਦਾ ਆਸ਼ੀਰਵਾਦ ਬਣਿਆ ਰਵੇ, ਤਾਂ ਕਿ ਵੱਡੇ ਵੱਡੇ ਦੁੱਖਾਂ ਮੁਸੀਬਤਾਂ ਵਿੱਚ ਵੀ ਮੇਰੇ ਅੰਦਰ ਦਾ ਰਸ ਨਾ ਗਵਾਚੇ। ਪਰ ਮਹਾਰਾਜ ਸਾਹਿਬ ਕਹਿੰਦੇ ਆ ਵੀ ਜਿਹੜੇ ਆਸਰੇ, ਜਿਹੜੀਆਂ ਟੇਕਾਂ ਇਨਸਾਨ ਨੇ ਬਣਾਈਆਂ, ਜਿਨ੍ਹਾਂ ਦਾ ਆਸਰਾ ਇਨਸਾਨ ਨੇ ਤੱਕਿਆ, ਉਹ ਆਪ ਵੀ ਡੋਲਣ ਵਾਲੇ ਸਨ, ਉਹ ਆਪ ਵੀ ਅਡੋਲ ਨਹੀਂ ਸੀ। ਜਿਵੇਂ ਕੋਈ ਇਨਸਾਨ ਦਰਖਤ ਦੇ ਉੱਤੇ ਬੈਠ ਕੇ ਵਗਦੀ ਹੋਈ ਤੇਜ਼ ਹਵਾ ਹਨੇਰੀ ਵਿੱਚ ਸੋਚੇ ਵੀ ਇਹ ਦਰਖਤ ਮੈਨੂੰ ਡੋਲਣ ਨਹੀਂ ਦੇਗਾ, ਤਾਂ ਉਹਦਾ ਇਹ ਭੁਲੇਖਾ ਹੁੰਦਾ, ਕਿਉਂਕਿ ਤੇਜ਼ ਹਵਾ ਵਿੱਚ ਤਾਂ ਦਰਖਤ ਨੇ ਵੀ ਡੋਲਣਾ, ਚਾਰ ਚੁਫੇਰੇ ਉਸ ਦਰਖਤ ਨੇ ਹਿੱਲਣਾ। ਮਹਾਰਾਜ ਕਹਿੰਦੇ ਜਿਹੜਾ ਦਰਖਤ ਆਪ ਡੋਲ ਰਿਹਾ, ਤੈਨੂੰ ਅਡੋਲ ਕਿਵੇਂ ਰੱਖ ਸਕਦਾ ਹੈ? ਉਹ ਦਰਖਤ ਤੈਨੂੰ ਕਿਵੇਂ ਟਿਕਾ ਦੇ ਸਕਦਾ ਹੈ? ਉਸ ਦਰਖਤ ਤੇ ਬੈਠ ਕੇ ਤੂੰ ਕਿਵੇਂ ਅਡੋਲ ਹੋ ਸਕਦਾ? ਉਹ ਆਪ ਡੋਲ ਰਿਹਾ। ਹਾਂ, ਕਿਸੇ ਪਹਾੜ ਪਰਬਤ ਤੇ ਬੈਠ ਕੇ ਤੂੰ ਇਹ ਗੱਲ ਦਾ ਸੰਕਲਪ ਕਰੇ ਵੀ ਇਹ ਪਹਾੜ ਵੀ ਅਡੋਲ ਹੈ ਤੇ ਮੈਂ ਵੀ ਅਡੋਲ ਹੋ ਕੇ ਰਵਾਂਗਾ, ਹੋ ਸਕਦਾ ਹੈ। ਉਹ ਪਹਾੜ ਤੈਨੂੰ ਤੇਜ਼ ਹਵਾਵਾਂ ਤੋਂ ਕਿਤੇ ਨਾ ਕਿਤੇ ਆਸਰਾ ਦੇ ਸਕਦਾ ਹੈ, ਪਰ ਤੇਰੇ ਡੋਲਦੇ ਹੋਏ ਮਨ ਨੂੰ ਆਸਰਾ ਨਹੀਂ ਦੇਣਾ। ਤੇ ਇਸ ਲਈ ਮਹਾਰਾਜ ਸਾਹਿਬ ਕਹਿੰਦੇ, ਜੇ ਅਡੋਲਤਾ ਚਾਹੁੰਦਾ ਹੈ, ਜੇ ਤੂੰ ਚਾਹੁੰਦਾ ਵੀ ਹਰ ਦੁੱਖ ਸੁੱਖ ਵਿੱਚ ਮੇਰਾ ਰਸ ਨਾ ਗਵਾਚੇ, ਹਰ ਵੱਡੀ ਮੁਸ਼ਕਲ ਵਿੱਚ ਮੈਂ ਚੜ੍ਹਦੀ ਕਲਾ ਵਿੱਚ ਉਹਨਾਂ ਮੁਸ਼ਕਲਾਂ ਵਿੱਚੋਂ ਲੰਘ ਜਾਵਾਂ, ਤਾਂ ਫਿਰ ਅਰਦਾਸ ਕਰਿਆ ਕਰ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਤੂੰ ਮੇਰੋ ਮੇਰ, ਮੇਰੋ ਮੇਰ ਦਾ ਮਤਲਬ ਪਹਾੜਾਂ ਤੋਂ ਵੱਡਾ ਪਹਾੜ, ਮੇਰ ਤੋਂ ਵੱਡਾ ਸੁਮੇਰ ਪਰਬਤ, ਸੁਮੇਰ ਪਰਬਤ ਤੋਂ ਵੀ ਤੁਸੀਂ ਵੱਡੇ ਹੋ। ਸੁਮੇਰ ਪਰਬਤ ਤਾਂ ਮੇਰੇ ਤਨ ਨੂੰ ਕੁਝ ਸਮੇਂ ਲਈ ਅਡੋਲਤਾ ਦੇ ਸਕਦਾ ਹੈ, ਪਰ ਤੁਹਾਡਾ ਸ਼ਬਦ, ਗੁਰ ਕਾ ਸ਼ਬਦ ਮਨਹਿ ਅਸਥੰਭਨ, ਤੁਹਾਡਾ ਸ਼ਬਦ ਮੇਰੇ ਮਨ ਨੂੰ ਵੀ ਅਡੋਲਤਾ ਦੇ ਸਕਦਾ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੁ ਡੋਲੇ। ਗੁਰਬਾਣੀ ਆਪ ਵੀ ਅਡੋਲ ਹੈ। ਜਿਨ੍ਹਾਂ ਨੇ ਗੁਰਬਾਣੀ ਦਾ ਆਸਰਾ ਤੱਕਿਆ, ਗੁਰਬਾਣੀ ਨਾਲ ਜੁੜੇ, ਗੁਰਬਾਣੀ ਤੇ ਪਹਿਰਾ ਦਿੱਤਾ, ਗੁਰਬਾਣੀ ਨੂੰ ਕਮਾਇਆ, ਗੁਰਬਾਣੀ ਨੂੰ ਗੁਰੂ ਦਾ ਸਰੂਪ ਸਮਝ ਕੇ, ਪ੍ਰਗਟ ਗੁਰਾਂ ਕੀ ਦੇਹ ਸਮਝ ਕੇ, ਗੁਰਬਾਣੀ ਨੂੰ ਪਰਮਾਤਮਾ ਦੇ ਘਰ ਤੋਂ ਆਏ ਹੋਏ ਬੋਲ ਸਮਝ ਕੇ, ਇੱਕ ਕਿਣਕਾ ਵੀ ਜਿਹਨੇ ਆਪਣੇ ਅੰਦਰ ਵਸਾ ਲਿਆ, ਉਹ ਵੀ ਅਡੋਲ ਹੋ ਗਏ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਦੇ। ਨਾ ਗੁਰੂ ਸਾਹਿਬ ਤੁਸੀਂ ਡੋਲਣਾ ਤੇ ਨਾ ਅਸੀਂ ਡਿੱਗਣਾ। ਜਿਹੜਾ ਆਪ ਅਡੋਲ ਹੈ ਉਹਨੇ ਹਿੱਲਣਾ ਨਹੀਂ, ਡੋਲਣਾ ਨਹੀਂ, ਪਰ ਡਿੱਗਾਂਗੇ ਵੀ ਨਹੀਂ। ਨਾ ਤੁਮ ਡੋਲੋ ਨਾ ਹਮ ਗਿਰਦੇ। ਤੁਸੀਂ ਐਸੀ ਅਡੋਲਤਾ ਬਖਸ਼ਿਸ਼ ਕੀਤੀ, ਮੈਂ ਤਾਂ ਜ਼ਿੰਦਗੀ 'ਚ ਵਾਰ-ਵਾਰ ਡਿੱਗ ਰਿਹਾ ਸਾਂ। ਮੈਂ ਕਦੇ ਵਿਕਾਰਾਂ ਦੀ ਖਾਈ 'ਚ ਡਿੱਗਿਆ, ਕਦੇ ਹਉਮੈ ਹੰਕਾਰ ਦੀ ਖਾਈ 'ਚ ਡਿੱਗਿਆ, ਕਦੇ ਆਪਣੀ ਮਾਣ ਪ੍ਰਤਿਸ਼ਠਾ ਦੀ ਖਾਈ 'ਚ ਡਿੱਗਿਆ, ਕਦੇ ਆਸਾ ਵਾਸ਼ਨਾਵਾਂ ਇੱਛਾਵਾਂ ਦੀ ਖਾਈ 'ਚ ਡਿੱਗਿਆ, ਕਦੇ ਨਿੰਦਿਆ ਚੁਗਲੀ ਈਰਖਾ ਦੀ ਖਾਈ 'ਚ ਡਿੱਗਿਆ। ਮੈਂ ਡਿੱਗਦਾ ਹੀ ਆਇਆ, ਪਰ ਤੁਹਾਡੇ ਅਡੋਲ ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਨਾਲ ਮੈਂ ਜਦੋਂ ਦਾ ਜੁੜਿਆ, ਤੁਹਾਡੇ ਚਰਨਾਂ ਨਾਲ ਜਦੋਂ ਦਾ ਜੁੜਿਆ, ਤੁਹਾਡੇ ਚਰਨਾਂ ਨੂੰ ਜਦੋਂ ਦਾ ਤੱਕਿਆ, ਉਦੋਂ ਦੀ ਅਡੋਲਤਾ ਮਿਲ ਗਈ। ਹੁਣ ਵਾਰ-ਵਾਰ ਇਹੀ ਅਰਦਾਸ ਹੈ, ਮੈਨੂੰ ਆਪਣੇ ਆਪ ਤੇ ਯਕੀਨ ਨਹੀਂ, ਕਿਉਂਕਿ ਮਨ ਦਾ ਭਰੋਸਾ ਕੋਈ ਨਹੀਂ। ਕਬਹੁ ਜੀੜਾ ਉਹ ਚੜ੍ਹਤ ਹੈ, ਕਬਹੁ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਮੈਨੂੰ ਆਪਣੇ ਮਨ ਤੇ ਯਕੀਨ ਨਹੀਂ। ਇਹ ਪਲ ਵਿੱਚ ਪਾਪੀ ਬਣ ਬੈਠਦਾ, ਪਲ ਵਿੱਚ ਪੁੰਨੀ ਬਣ ਬੈਠਦਾ, ਪਲ ਵਿੱਚ ਹੀ ਇਹ ਸੰਤ ਮਹਾਤਮਾ ਵਾਲੇ ਗੁਣ ਆ ਜਾਂਦੇ ਆ, ਪਲ ਵਿੱਚ ਇਹਦੇ ਵਿੱਚ ਚੋਰਾਂ ਡਕੈਤੀਆਂ ਵਾਲੇ ਗੁਣ ਆ ਜਾਂਦੇ ਆ। ਇਸ ਮਨ ਦਾ ਕੋਈ ਵਿਸਾਰ, ਜਿਵੇਂ ਕਿ ਮੈਂ ਛੋਟੀ ਜਿਹੀ ਗਾਥਾ ਪੜ੍ਹੀ, ਇੱਕ ਬਜ਼ੁਰਗ ਕਿਸੇ ਫਲ ਫਰੂਟ ਵਾਲੀ ਦੁਕਾਨ ਤੋਂ, ਸਬਜ਼ੀਆਂ ਵਾਲੀ ਦੁਕਾਨ ਤੋਂ ਕੁਝ ਘਰ ਦਾ ਸਮਾਨ ਖਰੀਦ ਰਿਹਾ, ਤਾਂ ਅਚਾਨਕ ਇੱਕ ਉਹਦਾ ਅੰਬ ਥੱਲੇ ਡਿੱਗਿਆ ਤੇ ਬਜ਼ੁਰਗ ਨੇ ਚੱਕ ਕੇ ਫੜਾਇਆ। ਜੀ ਕਿਹਾ ਤੁਹਾਡਾ ਅੰਬ ਡਿੱਗਿਆ ਸੀ,
ਤੇ ਇਹਨੂੰ ਸੰਭਾਲੋ ਤੁਸੀਂ। ਉਹਨੇ ਕਿਹਾ ਬੜਾ ਨੇਕ ਦਿਲ ਹੈ, ਬੜਾ ਹੀ ਪਰਉਪਕਾਰ ਵਾਲੇ ਦੇ ਵਿੱਚ ਗੁਣ ਨੇ, ਸੁਭਾਅ ਹੈ। ਇੰਨਾ ਵਧੀਆ ਉਹਦਾ ਵਿਹਾਰ ਦੇਖ ਕੇ ਕੋਲ ਜਿਹੜੇ ਹੋਰ 5 ਰਖੜੇ ਸੀ ਉਹ ਵੀ ਪ੍ਰਭਾਵਿਤ ਹੋਏ। ਸਾਰਿਆਂ ਵਿੱਚ ਇਹੋ ਜਿਹੇ ਗੁਣ ਹੋਣੇ ਚਾਹੀਦੇ ਆ, ਸਾਰਿਆਂ ਦਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ। ਹੁਣ ਥੱਲੇ ਡਿੱਗ ਪਿਆ, ਦੁਕਾਨਦਾਰ ਨੂੰ ਨਹੀਂ ਪਤਾ, ਉਹ ਚੱਕ ਵੀ ਸਕਦਾ ਸੀ, ਲੁਕੋ ਵੀ ਸਕਦਾ ਸੀ, ਨਾਲ ਵੀ ਲਿਆ ਸਕਦਾ ਸੀ, ਪਰ ਉਹਨੇ ਚੱਕ ਕੇ ਝਾੜ ਕੇ ਫੜਾ ਦਿੱਤਾ ਕਿ ਤੁਹਾਡਾ ਡਿੱਗਿਆ। ਤਾਂ ਸਾਰਿਆਂ ਤੇ ਬੜਾ ਇਸ ਗੱਲ ਦਾ ਅਸਰ, ਉੱਥੇ ਇੱਕ ਥਾਣੇਦਾਰ ਵੀ ਖੜਾ, ਉਹਦੇ ਤੇ ਵੀ ਬੜਾ ਅਸਰ ਹੋਇਆ ਵੀ ਸਾਰਿਆਂ ਦਾ ਸੁਭਾਅ ਇਹੋ ਜਿਹਾ ਹੋਣਾ ਚਾਹੀਦਾ। ਤਾਂ ਇੱਕ ਪਾਸੇ ਹੁਣ ਆਹ ਸੁਭਾਅ ਵੇਖਿਆ, ਉਹਦਾ ਇੱਕ ਆਹ ਵਰਤਾਰਾ ਵੇਖਿਆ, ਇੱਕ ਉਹਦੇ ਆਹ ਗੁਣਾਂ ਨੂੰ ਵੇਖਿਆ, ਤੇ ਨਾਲ ਹੀ ਜਦੋਂ ਦੂਸਰੀ ਦੁਕਾਨ ਤੇ ਗਿਆ, ਕੁਦਰਤੀ ਉਹਨਾਂ ਵਿੱਚੋਂ ਗਾਹਕ ਥੋੜੇ ਉੱਥੇ ਵੀ ਚਲੇ ਗਏ। ਉੱਥੇ ਉਸ ਬਜ਼ੁਰਗ ਨੇ ਥੋੜੇ ਪੈਸੇ ਥੱਲੇ ਡਿੱਗੇ ਪਏ ਸਨ, ਉਹ ਪੈਸੇ ਲੁਕੋ ਲਏ। ਤਾਂ ਉਹਨਾਂ ਨੇ ਕਿਹਾ ਵੀ ਇੱਥੇ ਤੁਹਾਡੇ ਬਿਨਾਂ ਕੋਈ ਹੋਰ ਨਹੀਂ ਸੀ, ਜੇ ਤੁਹਾਡੇ ਕੋਲੇ ਹੈ ਤਾਂ ਦੇ ਦਿਓ। ਉਹ ਕਹਿੰਦੇ ਜੀ ਨਹੀਂ, ਮੈਂ ਨਹੀਂ ਚੱਕੀ, ਮੈਨੂੰ ਨਹੀਂ ਪਤਾ। ਚਲੋ ਸਾਰੇ ਇਕੱਠੇ ਹੋਏ, ਜਦੋਂ ਛਾਣਬੀਣ ਕੀਤੀ ਤਾਂ ਪੈਸੇ ਨਿਕਲ ਆਏ। ਹੁਣ ਉਹ ਸਾਰੇ ਜਿਹੜੇ ਦੇਖਣ ਵਾਲੇ, ਜਿਨ੍ਹਾਂ ਨੇ ਥੋੜਾ ਸਮਾਂ ਪਹਿਲਾਂ ਵੇਖਿਆ ਕਿ ਇੱਕ ਨਿੱਕਾ ਜਿਹਾ ਨਿੱਕੀ ਜੀ ਚੀਜ਼ ਵੀ ਚੱਕ ਕੇ ਫੜਾ ਰਿਹਾ ਹੈ, ਅੱਜ ਨਿੱਕੀ ਜੀ ਮਾਇਆ ਪਿੱਛੇ, ਛੋਟੀ ਜੀ ਚੀਜ਼ ਪਿੱਛੇ ਫਿਰ ਮਨ ਮੈਲਾ ਹੋ ਗਿਆ। ਕੁਝ ਪਲਾਂ ਦੀ ਗੱਲ ਹੈ, ਕੁਝ ਮਿੰਟਾਂ ਦੀ ਗੱਲ ਹੈ। ਉੱਥੇ ਉਹ ਥਾਣੇਦਾਰ ਵੀ ਆ ਗਿਆ, ਉਹਨੂੰ ਵੀ ਬੁਲਾਇਆ ਗਿਆ ਵੀ ਆਹ ਬਜ਼ੁਰਗ ਵੇਖੋ। ਉਹਨੇ ਕਿਹਾ ਜੀ ਨਹੀਂ, ਇਹ ਤਾਂ ਬੜਾ ਭਲਾ ਬੰਦਾ ਹੈ, ਇਹ ਤਾਂ ਬੜਾ ਚੰਗਾ ਬੰਦਾ, ਹੁਣੇ ਮੈਨੂੰ ਦੁਕਾਨ ਤੇ ਵੇਖਿਆ, ਇਹਦੇ ਵਿੱਚ ਤਾਂ ਪਰਉਪਕਾਰ ਵਾਲੇ ਗੁਣ ਨੇ। ਉਹਨਾਂ ਕਿਹਾ ਆਹ ਕੰਮ ਵੀ ਇਸੇ ਨੇ ਕੀਤਾ, ਪੈਸੇ ਵੀ ਇਸੇ ਨੇ ਲੁਕੋਏ ਨੇ, ਚੋਰੀ ਵੀ ਇਸੇ ਨੇ ਕੀਤੀ। ਤਾਂ ਥਾਣੇਦਾਰ ਨੇ ਪੁੱਛਿਆ, ਬਜ਼ੁਰਗੋ ਤੁਹਾਡਾ ਆਹ ਸਰੂਪ, ਤੁਹਾਡਾ ਆਹ ਰੂਪ ਸੱਚ ਹੈ ਜਾਂ ਪਹਿਲਾਂ ਵਾਲਾ ਸੱਚ ਸੀ? ਉਹਨੇ ਕਿਹਾ ਆਹ ਵੀ ਸੱਚ ਹੈ ਤੇ ਪਹਿਲਾਂ ਵਾਲਾ ਵੀ ਸੱਚ ਸੀ। ਉਦੋਂ ਮਨ ਵਿੱਚ ਆਇਆ ਵੀ ਆਪਾਂ ਇਹ ਛੋਟੀ ਚੀਜ਼ ਕਿਉਂ ਲੁਕਾਉਣੀ ਆ, ਮੈਂ ਵਾਪਸ ਕਰ ਦਿੱਤੀ। ਹੁਣ ਮਨ ਵਿੱਚ ਆਇਆ ਵੀ ਇਹਨੂੰ ਕਿਹੜਾ ਪਤਾ ਲੱਗਿਆ, ਪੈਸੇ ਰੱਖ ਲਵਾਂ। ਤੇ ਦੋਨੇ ਹੀ ਮੇਰੇ ਸਰੂਪ ਸੱਚ ਸਨ, ਭਾਵ ਮਨ ਦਾ ਕੋਈ ਭਰੋਸਾ ਨਹੀਂ। ਕਬਹੂ ਜਿਹੜਾ ਉਂਗ ਚੜ੍ਹਤ ਹੈ, ਕਬਹੂ ਜਾਏ ਪਿਆਲੇ ਲੋਭੀ ਜਿਹੜਾ ਥਿਰ ਨਾ ਰਹਿਤ ਹੈ। ਚਾਰੇ ਕੁੰਡਾ ਭਾਲੇ, ਇਸ ਮਨ ਦਾ ਕੋਈ ਭਰੋਸਾ ਨਹੀਂ ਹੈ, ਕੋਈ ਵਿਸਾਹ ਨਹੀਂ। ਇਹ ਪਲ ਵਿੱਚ ਪੁੰਨੀ ਤੇ ਪਲ ਵਿੱਚ ਪਾਪੀ, ਪਲ ਵਿੱਚ ਸੰਤ ਭਗਤ, ਪਲ ਵਿੱਚ ਚੋਰ ਬਣ ਬੈਠਦਾ ਹੈ। ਕੋਈ ਭਰੋਸਾ ਨਹੀਂ ਇਸ ਮਨ ਦਾ। ਤੇ ਇਸ ਲਈ ਮਹਾਰਾਜ ਸਾਹਿਬ ਕਹਿੰਦੇ ਇਸ ਮਨ ਦੀ ਵਾਗ ਡੋਰ, ਇਸ ਮਨ ਦੀ ਲਗਾਮ ਆਪਣੇ ਗੁਰੂ ਨੂੰ ਫੜਾ ਦੇ। ਇਸ ਮਨ ਦੀ ਲਗਾਮ ਗੁਰੂ ਨੂੰ ਫੜਾ, ਜਿਵੇਂ ਬਾਬੇ ਲੈਣੇ ਨੇ ਘੋੜੀ ਦੀ ਲਗਾਮ ਧੰਨ ਗੁਰੂ ਨਾਨਕ ਸਾਹਿਬ ਨੂੰ ਫੜਾਈ। ਘੋੜੀ ਦੀ ਲਗਾਮ ਫੜੀ, ਗੁਰੂ ਨਾਨਕ ਸਾਹਿਬ ਕਰਤਾਰਪੁਰ ਲੈ ਕੇ ਚਲੇ ਗਏ। ਕਰਤਾਰ ਕਿਹਦਾ ਨਾਮ ਹੈ? ਪਰਮਾਤਮਾ ਦਾ। ਇੱਕ ਘੋੜੀ ਦੀ ਲਗਾਮ ਫੜਾਈ, ਗੁਰੂ ਨਾਨਕ ਸਾਹਿਬ ਕਰਤਾਰ ਦੇ ਘਰ, ਪਰਮਾਤਮਾ ਦੇ ਘਰ ਲੈ ਗਏ। ਤੇ ਨਾਲ ਹੀ ਮਹਾਰਾਜ ਨੇ ਕਿਹਾ ਸੀ, ਲੈਣਿਆ ਘੋੜੀ ਦੀ ਲਗਾਮ ਤਾਂ ਫੜਾ ਦਿੱਤੀ, ਇਉਂ ਕਰ ਮੈਨੂੰ ਆਪਣੇ ਮਨ ਦੀ ਲਗਾਮ ਵੀ ਫੜਾ ਦੇ। ਜਿਵੇਂ ਇਹ ਤੈਨੂੰ ਘੋੜੀ ਤੇ ਚੜੇ ਚੜਾਏ ਨੂੰ ਮੈਂ ਕਰਤਾਰਪੁਰ ਲੈ ਆਇਆ, ਇਹ ਮਨ ਦੀ ਲਗਾਮ ਵੀ ਫੜਾ, ਮੈਂ ਤੈਨੂੰ ਸੱਚ ਮੁੱਚ ਉਸ ਪਰਮਾਤਮਾ ਦੇ ਘਰ ਵਿੱਚ ਲੈ ਜਾਵਾਂ। ਮੈਂ ਤੈਨੂੰ ਉਸ ਕਰਤਾਰ ਵਿੱਚ ਅਭੇਦ ਕਰ ਦਿਆਂਗਾ, ਉਹਦੇ ਘਰ ਵਿੱਚ ਤੈਨੂੰ ਲੈ ਜਾਵਾਂਗਾ। ਆਪਣੇ ਮਨ ਦੀ ਵਾਗ ਵੀ ਮੈਨੂੰ ਫੜਾ। ਤਾਂ ਹੀ ਮਹਾਰਾਜ ਸਾਹਿਬ ਨੇ ਕਿਹਾ ਸੀ, ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਸ। ਮਨ ਵੇਚਣਾ, ਗੁਰੂ ਨੂੰ ਮਨ ਸਮਰਪਣ ਕਰਨਾ, ਗੁਰੂ ਨੂੰ ਮਨ ਭੇਟਾ ਕਰਨਾ। ਜਿਵੇਂ ਅਸੀਂ ਆ ਮਾਇਆ ਗੋਲਕ ਵਿੱਚ ਪਾ ਕੇ ਭੇਟਾ ਕਰਦੇ ਆ, ਰਸਤ ਵਸਤ ਲੈ ਕੇ ਆਉਂਦੇ ਆ, ਉਹ ਗੁਰੂ ਚਰਨਾਂ 'ਚ ਭੇਟਾ ਕਰਦੇ ਆ। ਰੁਮਾਲਾ ਸਾਹਿਬ ਗੁਰੂ ਨੂੰ ਭੇਟਾ ਕਰਦੇ ਆ, ਕੜਾਹ ਪ੍ਰਸ਼ਾਦੀ ਦੇ ਗੁਰੂ ਨੂੰ ਭੇਟਾ ਕਰਦੇ ਆ, ਹੋਰ ਬੇਅੰਤ ਚੀਜ਼ਾਂ ਜਿਹੜੀਆਂ ਗੁਰੂ ਨੂੰ ਭੇਟ ਕਰਦੇ ਆ। ਮਹਾਰਾਜ ਕਹਿੰਦੇ ਜਿਵੇਂ ਆਹ ਚੀਜ਼ਾਂ ਭੇਟ ਕਰਦਾ ਉਵੇਂ ਮਨ ਵੀ ਭੇਟ ਕਰਦੇ। ਜੇ ਮਨ ਮੈਨੂੰ ਭੇਟ ਕਰ ਦੇਗਾ, ਮਨ ਮੈਨੂੰ ਦੇ ਦੇਗਾ, ਤਾਂ ਮੈਂ ਤੇਰੇ ਨਾਲ ਇਸ ਗੱਲ ਦਾ ਵਾਅਦਾ ਕਰਦਾ, ਇਸ ਮਨ ਨੂੰ ਜਿੰਨੀ ਮੈਲ ਲੱਗੀ ਆ ਮੈਲ ਕੱਟ ਦਿਆਂਗਾ। ਇਸ ਮਨ ਨੂੰ 12 ਬੰਨੀ ਦੇ ਸੋਨੇ ਤਰ੍ਹਾਂ ਬਿਲਕੁਲ ਮੈਂ ਸਾਫ਼ ਸੁਥਰਾ ਤੇ ਸ਼ੁੱਧ ਕਰ ਦਿਆਂਗਾ। ਜਦੋਂ ਸੋਨਾ ਸ਼ੁੱਧ ਹੋ ਜਾਏ ਉਹਦੀ ਕੀਮਤ ਬਹੁਤ ਵੱਧ ਜਾਂਦੀ ਹੈ। ਜਦੋਂ ਇਹ ਮਨ ਸ਼ੁੱਧ ਹੋ ਗਿਆ, ਤੂੰ ਵੀ ਪਰਵਾਨਿਆਂ ਤੇ ਸਤਕਾਰਿਆ ਜਾਏਗਾ।
मैं इस मन नूं निर्मल करके उस निर्मल परमात्मा विच अभेद करा देंगा। पर यह मन तैनूं ये जिहड़ा मैनूं दे के जाना पेगा, ये मन मेरे अगे भेटा करना पेगा। मन भेटा करन दा मतलब ये हुंदा है कि हुण मैं गुरु दे हुक्म विच तुरना है। मन भेटा करन दा मतलब कि गुरु साहब हुण मैं तुहाडी आग्या विच तुरना है। मन भेटा करन दा मतलब कि हुण मेरी मर्जी ने, जिवें अष्टावक्र नूं कहा सी ना राजे ने कि मैनूं उपदेश दिओ, उपदेश मैं लेना घोड़े दी एक रकाब च पैर पाया होवे ते जिन्ना समा दूसरी रकाब च पैर पाउण नूं लगदा इन्ने क समय विच मैनूं ज्ञान देना। बड़े आए उथे ज्ञान देने वास्ते पर तसल्ली ना करा सके। अष्टावक्र जी आए जिहदे विंग 8 विंग शरीर विच पैंदे ने, जिहदे शरीर नूं वेख के हर कोई हसदा है, पर जिहड़ी रब दी किरपा है वो शरीरां दी मुताज नहीं। जिहड़ी परमात्मा दी किरपा है वो शरीर च भावें 8 विंग होण भावें 10 विंग होण, गुरु ने तां मन दे वल देखणे कि मन विच ना कोई वल होवे। जिहदे मन विच वल होण भावें शरीर सिद्धा होवे तां भी किरपा नहीं। जिहदे मन विच कोई वल नहीं है, जिहदा मन साफ हो गया, मन स्वच्छ हो गया, मन उज्जवल हो गया, बिल्कुल डंडौत कर डंडौत पुन वड्डा है, कर साधु अंजलि पुन वड्डा है। 2 पुन वड्डे कहने धन गुरु रामदास पातशाह ने। अंजलि दे अर्थ भाई कान सिंह नाभा ने यह कीते भी जदों दोवें हाथ जोड़ के तुसीं मत्थे नूं लाउंदे हो, अरदास कर लग्या दोवें हाथ जोड़ के जदों मत्थे नूं लगदे आ, इस प्रक्रिया नूं अंजलि कहा जाता। यह भी वड्डा पुन है। फिर कर डंडौत पुन वड्डा है। डंडौत का मतलब जिहड़ा डंडे की तरह सीधा होकर बिल्कुल डंडौत करता है, यह नहीं कि लम्मा पै के डंडौत, अंदरों मन डंडे तरह सीधा होवे। जिवें डंडा बिल्कुल सीधा होंदा है, मन इवें सीधा होकर नमस्कार करे, वो पुन भी वड्डा ते गुरु घर परवानिया भी जाता है। दूसरी गल डंडे वध सीधा होण नूं तां किया है क्योंकि डंडे की अपनी मर्जी कोई नहीं। डंडा मालक ते डिपेंड करता है। मालक उस डंडे नूं चक के किसे दे मार भी सकता है, उस डंडे नूं चक के उच्ची थां भी रख सकता है, उस डंडे नूं किते होर भी सिट सकता है। जदों कोई डंडे की तरह अंदरों सीधा होकर डंडौत परमात्मा के चरणों च गुरु घर विच नमस्कार करता है, फिर मालक धन गुरु ग्रंथ साहब सच्चे पातशाह ये कदे किसे आए हुए नूं सिटदे नहीं, धक्का नहीं मारदे, किसे नाल दुर्व्यवहार नहीं हुंदा। इत्थे तां जेड़ा भी आउंदा कंठ लाए अवगुण सब मेटे, दयाल पुरख बख्शंद जो शरण आवे तिस कंठ लावे, यह बिरध स्वामी संदा। इत्थे तां जेड़ा एक बार आके कह दिंदा पातशाह मैं तुहाडा हां, तुहाडे बिना मेरा कोई नहीं। भाई जोगे नूं पुछिया सी गुरु गोबिंद सिंह महाराज ने, जोगिया तू किहदे जोगा? उहने कहा महाराज तुहाडे जोगा। कहंदे जे तू मेरे जोगा ते अज तो गुरु भी तेरे जोगा। इत्थे अपना आप समर्पण की गल है। मन बेचे सतगुर के पास, गुरु दे के जिहड़ा मन बेचता है, डंडौत मतलब डंडे तरह सीधा होकर मन विचों वल कढ के विंग कढ के अपना आप गुरु नूं समर्पण कर दिंदा है। ते सतगुरु दा फिर एडे दयाल बख्शिंद ने, जिवें कई बार मालक डंडे नूं चुक के कोल पए टेबल, वो टेबल कई बार उच्चा हुंदा है, ओहदे उपर रख लैंदा है, ते सतगुरु भी जिहड़ा इस भावना नाल आके नमस्कार करे ओनू चक के तख्तां ते बिठा दिंदे हैं, ओनू अपने बराबर बिठा लेंदे हैं, ओनू इन्ना प्यार सत्कार बख्श दिंदे हैं जेड़ा इस भावना नाल आके नमस्कार करदा है। तो इसलिए महाराज साहब कहते भाई मन डोलदा है, मन गुरु चरणों में भेंट करके अरदास कर, तू मेरो मेर पर्वत स्वामी ओट गही मैं तेरी, ना तुम डोलो ना हम गिरते, रख लीनी हर मेरी पातशाह, ना तुसी डोलना ते ना असी गिरना, रख लीनी हर मेरी ते मेरी भी रख लो, जिवें तुसी कल युग विच होरां दी रखदे हो। जिवें गुरु अमरदास कल युग राखी पत, तुसी कल युग विच अनेकां जीवां दी पत रखी, बल्कि कल युग दी भी पत रख लई। लोग कहते सन कल युग है बहुत माड़ा समय,
बहुत भयानक समय सतगुरु तुसी पर उपकार दे हड़ वगा दिते, तुसी पर उपकार कारजां दे हड़ वगा दिते। इन्ना गुरमत दे प्रचारकां नूं थापिया, सिੱਖੀ दे प्रचारक थाप के दुनिया भर विच संसार भर विच गुरमत सिੱਖੀ दा प्रचार करवा के दुनिया दे अंदर पर उपकार दे हड़ चला के संसार नूं चंगे और नेक कर्मां विच ला के तुसी कलयुग दी भी पत रख लई। अज किरपा करो रख लीनी हर मेरी, साडी भी किरपा करके पत रख लियो। असी अब हम चली ठाकुर पैखार, असी सब कुछ हार के अपनी मत त्याग के अपना बल हार के बलिहारी कुदरत वसिया। ते महाराज साहब कहते आ जिन मानस ते देवते किए करत न लागी वार, जे सो चंदा उगवे सूरज चढ़े हजार। एवो जे गुरु सच्चे पातशाह दे चरनां विच अपना बल हार के आइए। बलिहारी दा मतलब बल हार के आउणा, अपनी ताकत नूं पासे रख के आउणा, अपनी अपनत नूं अपनी मैं मेरी नूं पासे रख के जदों मत्था टेकना है, गुरु नूं समर्पण होना है, सतगुरु पातशाह दे चरनां दा ध्यान धरना ते गुरु दे चरनां नूं तकना है। जदों अंदरों तुसी भावना नाल झुकोगे ना, झुकण विच भी फर्क है। झुकता वही है जिसमें जान होती है, अकड़ तो मुर्दे की पहचान होती है। जेड़ा इंसान अकड़ के पै जाए, लोग कहते हैं भी ये जिउंदा नहीं मरिया होया है, ते जेड़ा झुक जाए लगदा भी इहदे विच प्राण चल रहे ने। जेड़ा गुरु कोल आके अंदर दी आकड़ अपनी अपनत नूं छड्ड के नमस्कार करे, समझ लेना इहदे अंदर हले इंसानियत जिउंदी है, ਇਹਦਾ ਅੰਦਰ ਆਤਮਾ ਜਾਗ ਰਿਹਾ ਹੈ। ਜਾਗਿਆ ਹੋਇਆ ਇਨਸਾਨ ਹੀ ਗੁਰੂ ਅੱਗੇ ਝੁਕਦਾ ਹੈ, ਗੁਰੂ ਅੱਗੇ ਨਮਸਕਾਰਾਂ ਕਰਦਾ ਹੈ। ਤੇ ਜਿਹੜਾ ਆਪਣੇ ਕਰਮ ਕਾਂਡਾਂ ਦੇ ਵਿੱਚ ਇਸ ਗੱਲ ਦਾ ਹੰਕਾਰ ਕਰਦਾ ਹੈ, ਆਪਣੇ ਆਪ ਵਿੱਚ ਆਕੜ ਰੱਖੇ ਕਿ ਮੇਰੇ ਵਰਗਾ ਧਰਮੀ ਕਰਮੀ ਕੋਈ ਨਹੀਂ, ਉਹ ਗੁਰੂ ਦਰਦੀ ਗੁਰੂ ਦੀ ਬਖਸ਼ਿਸ਼ ਤੋਂ ਸੱਖੜੇ ਰਹਿ ਜਾਂਦੇ ਆ। ਇੱਥੇ ਝੁਕਣ ਵਾਲਿਆਂ ਨੂੰ ਦਾਤਾਂ ਮਿਲਦੀਆਂ ਨੇ, ਇੱਥੇ ਆਪਣਾ ਆਪ ਸਮਰਪਣ ਕਰਨ ਵਾਲਿਆਂ ਨੂੰ ਦਾਤਾਂ ਮਿਲਦੀਆਂ ਨੇ। ਇੱਥੇ ਜਿਹੜੇ अंदरों बाहरों तन मन धन सब सौंप गुरु को हुक्म मन्निया पाई है, इस मार्ग ते पांधी होकर तुरदे है। सतगुरु उन्हां दे बेअंत बख्शिशां रहमतां करदे ने, क्योंकि गल पूरे गुरु दी है, गल समर्थ गुरु दी है। जिहदे अगे मत्था टेकना वो पूरा भी होवे ते समर्थ भी होवे, वो संपूर्ण गुरु होवे। ते ओदे चरनां ते नमस्कार कर, ओदे चरनां नूं वेख, ओदे चरनां दा ध्यान धर। ओदे चरनां दा ध्यान धरन नाल, चरनां दे मत्था टेकण नाल बेअंत रब्बी बख्शिशां मिलदियां हन। अज दे इस पावन पवित्र सवैये अंदर भट्ट साहिबान यही सानूं उपदेश दे रहे हन कि समर्थ गुरु पूरे गुरु दे चरनां नाल जुड़िया किहड़ियां दातां दी प्राप्ति हुंदी है। आओ मन चित बिरतियां एकागर करके बड़ी श्रद्धा भावना दे नाल धन गुरु रामदास महाराज दी वडियाई विच उचारण कीते हुए पावन पवित्र सवैये दी विचार नाल जुड़ना करिए जी। सतनाम श्री वाहिगुरु साहिब जी। समर्थ गुरु सिर हाथ धरिया। गुरु होवे पर वो समर्थ होवे। महाराज तुसी दसो भी ऐसा समर्थ गुरु कौन है? उस समर्थ गुरु का एक बार नाम लैके दस्यो, क्योंकि गुरुआं दी भरमार बहुत है। इत्थे हर 5, 10, 15 किलोमीटर बाद गुरु का बोर्ड ला के कोई बैठा है। इत्थे गल विच तख्ती कोई गुरु के नाम दी पा के बैठा है, पर उहदी दुकान विच सौदा कोई नहीं। बोर्ड बहुत वड्डे वड्डे लगे हुए हैं, उच्ची दुकान, फीके भगवान। अज उन्हां दे कोल कुछ नहीं। तुसी एक बार किरपा करके उस समर्थ गुरु का नाम लैके दस दिओ, ताकि साडी मत तो छोटी है, असी कलयुगी जीव हाँ, किते फिर ना भटक जाइए, किते फिर ना भुल जाइए। सानू गुरु लभना सौखा हो जाए, गुरु के चरनां ते झुकना सौखा हो जाए, गुरु नूं मत्था टेकना सौखा हो जाए, गुरु धारण करना सौखा हो जाए। उस गुरु का नाम तो दस दो जिस समर्थ गुरु की तुसी गल कर रहे हो। तां उन्हां तरस दे घर विच आके मानवता दे भले हित, ताकि कल कोई फिर भोला भाला जिग्यासू ठोकर ना खा जाए, कल कोई फिर ना धर्म की दुनिया च लुटिया जाए, कल कोई फिर ना अपनी जिंदगी का कीमती समा अजाई गवा जाए। उन्हां तरस कीता, क्योंकि जिहड़ा पूरा होवे ना वो कुछ लुकाउंदा नहीं कदे। मैं भी बेनती कर दिया, पूरा गुरु कदे लुकाउंदा नहीं।
ਉਹ ਜੋ ਕੁਛ ਹੈ ਉਹ ਸਪਸ਼ਟ ਦੁਨੀਆ ਦੇ ਸਾਹਮਣੇ ਰੱਖਦਾ ਹੈ। ਜੋ ਕੁਛ ਹੈ ਬਿਲ ਅਪਾਰਦਰਸ਼ਤਾ ਦੇ ਨਾਲ ਦੁਨੀਆ ਨੂੰ ਰੱਖਦਾ ਹੈ। ਦੁਨੀਆ ਦੇ ਸਾਹਮਣੇ ਸਾਰਾ ਕੁਝ ਉਹ ਪਰਮਾਤਮਾ ਦਾ ਜਿਹੜਾ ਉਸ ਘਰ ਵਿੱਚੋਂ ਲਿਆਂਦਾ ਹੋਇਆ ਗਿਆਨ ਹੈ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ। ਉਹਨਾਂ ਨੇ ਉਹ ਥਾਲ ਵਿੱਚ ਰੱਬ ਦੀਆਂ ਸਤ ਸੰਤੋਖ ਦੀਆਂ ਵਿਚਾਰਾਂ, ਅੰਮ੍ਰਿਤ ਨਾਮ, ਜੋ ਕੁਛ ਰੱਬ ਦੇ ਘਰ ਵਿੱਚ ਉਹ ਗੁਰੂ ਨੇ ਲਿਆਂਦਾ, ਦੁਨੀਆ ਦੇ ਸਾਹਮਣੇ ਥਾਲ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਪਰੋਸ ਕੇ ਰੱਖ ਦਿੱਤਾ। ਕੋਈ ਗਾਵੇ ਕੋ ਸੁਣੇ, ਜੇ ਕੋ ਖਾਵੇ ਜੇ ਕੋ ਪੁੱਛੇ, ਤਿਸਕਾ ਹੋਏ ਵਧਾਰੋ ਭਾਈ। ਹੁਣ ਇਹ ਸਤ ਸੰਤੋਖ ਨੂੰ, ਇਸ ਅੰਮ੍ਰਿਤ ਨਾਮ ਨੂੰ ਜਿਹੜਾ ਚੱਖੇਗਾ, ਜਿਹੜਾ ਪੀਏਗਾ, ਜਿਹੜਾ ਸੁਣੇਗਾ, ਜਿਹੜਾ ਦਰਸ਼ਨ ਕਰੇਗਾ, ਇਹਨੇ ਉਸੇ ਦਾ ਹੀ ਭਲਾ ਕਰ ਦੇਣਾ। ਇੱਥੇ ਕਿਸੇ ਤੋਂ ਕੁਝ ਲੁਕੋ ਕੇ ਨਹੀਂ, ਕਿਉਂਕਿ ਪੂਰੇ ਨੂੰ ਡਰ ਕੋਈ ਨਹੀਂ। ਕਿਉਂ ਲੁਕੋਏਗਾ? ਉਹ ਪੂਰਾ ਹੈ, ਉਹ ਸਮਰੱਥ ਹੈ, ਉਹ ਕਾਬਿਲ ਹੈ। ਹਮੇਸ਼ਾ ਜਿਹਦੇ ਵਿੱਚ ਕਮੀ ਹੋਏਗੀ ਉਹ ਡਰੇਗਾ ਵੀ, ਉਹ ਲੁਕੋ ਵੀ ਰੱਖੇਗਾ, ਉਹ ਝੂਠ ਵੀ ਬੋਲੇਗਾ, ਉਹ ਫਰੇਬ ਵੀ ਕਰੇਗਾ। ਉਹ ਕਮਰੇ ਦੇ ਅੰਦਰ ਕੁਝ ਹੋਰ ਹੋਏਗਾ, ਕਮਰੇ ਤੋਂ ਬਾਹਰ ਕੁਝ ਹੋਰ ਹੋਏਗਾ। ਜਿਵੇਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਉਦਾਸੀਆਂ ਦੌਰਾਨ ਇੱਕ ਡਿੰਗਾ ਪਿੰਡ ਦੇ ਵਿੱਚ ਗਏ। ਉਹਦੇ ਬੜੀ ਭੀੜ ਲੱਗੀ ਹੋਈ ਹੈ, ਬੜੇ ਲੋਕਾਂ ਦਾ ਇਕੱਠ ਹੈ, ਢੋਲ ਵਾਲੇ ਖੜੇ ਨੇ ਤੇ ਕੋਈ ਕਿਸੇ ਦੇ ਹੱਥ ਵਿੱਚ ਫੁੱਲਾਂ ਦੀਆਂ ਮਾਲਾ, ਹਾਰ ਫੜੇ ਹੋਏ ਨੇ, ਕੋਈ ਹੱਥਾਂ ਵਿੱਚ ਵੈਸੇ ਫੁੱਲ ਲੈ ਕੇ ਖੜਾ। ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਵੇਖੀਏ ਤਾਂ ਸਹੀ ਤੇ ਹੋਇਆ ਕੀ। ਜਾ ਕੇ ਕੁਝ ਲੋਕਾਂ ਨੂੰ ਪੁੱਛਿਆ ਕਿ ਭਾਈ ਇੱਥੇ ਕਿਵੇਂ ਖੜੇ ਹੋ, ਕੌਣ ਹੈ, ਕੀ ਹੋਇਆ? ਉਹ ਕਹਿੰਦੇ ਜੀ ਇੱਥੇ ਪਰਮਾਤਮਾ ਦਾ, ਰੱਬ ਦਾ ਸਰੂਪ ਹੈ, ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਪਰਮਾਤਮਾ ਦਾ ਹੀ ਸਰਗੁਣ ਸਰੂਪ 100 ਸੁਹਾਗਣ ਹੈ, 100 ਸੁਹਾਗਣ ਹੈ। ਜਿਹੜਾ ਉਹ 100 ਪਰਮਾਤਮਾ ਦੀ ਸੁਹਾਗਣ ਬਣ ਕੇ ਉਹਦੀ ਭਗਤੀ ਕਰਦਾ, ਉਸ ਪਤੀ ਪਰਮੇਸ਼ਰ ਦੀ ਭਗਤੀ ਕਰਦਾ, ਉਹ 100 ਸੁਹਾਗਣ ਅੱਜ ਉਹਨੇ 40 ਦਿਨਾਂ ਬਾਅਦ ਭੋਰੇ ਚੋਂ ਬਾਹਰ ਨਿਕਲਣਾ। ਅਸੀਂ ਉਹਨੂੰ ਜੀ ਆਇਆ ਕਹਿਣ ਵਾਸਤੇ ਖੜੇ ਹੋਇਆ। ਉਹਦੀ ਤਾਂ ਰੱਬ ਨਾਲ ਸਿੱਧੀ ਗੱਲ ਹੈ, ਉਹਦੇ ਵਰਗਾ ਦੁਨੀਆ ਤੇ ਅਸੀਂ ਕੋਈ ਰੱਬ, ਗੁਰੂ, ਪੀਰ, ਪੈਗੰਬਰ ਨਹੀਂ ਦੇਖਿਆ। ਅੱਜ ਉਹਨੇ ਬਾਹਰ ਨਿਕਲਣਾ, ਅਸੀਂ ਉਹਦੀ ਆਓ ਭਗਤ ਵਿੱਚ ਖੜੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੂੰ ਤਾਂ ਪਰਮਾਤਮਾ ਨੇ ਭੇਜਿਆ ਹੀ ਇਸ ਕਰਕੇ ਕਿ ਦੁਨੀਆ ਜਿਹੜੇ ਕਰਮਾਂ ਨੂੰ, ਜਿਹੜੇ ਭਰਮਾਂ ਨੂੰ ਧਰਮ ਸਮਝ ਰਹੀ ਆ, ਜਾ ਕੇ ਉਹ ਭਰਮਾਂ ਦੇ ਪਰਦੇ ਪਾਸੇ ਕਰਕੇ ਦੁਨੀਆ ਨੂੰ ਅਸਲ ਧਰਮ ਦਿਖਾ ਕੇ ਢੱਕ। ਦੁਨੀਆ ਜਿਨ੍ਹਾਂ ਨੂੰ ਗੁਰੂ ਸਮਝ ਰਹੀ ਹੈ, ਜਿਨ੍ਹਾਂ ਦੇ ਗਲ ਵਿੱਚ ਗੁਰੂ ਔਰ ਰੱਬ ਦੀਆਂ ਤਖਤੀਆਂ ਪਾਈਆਂ ਨੇ, ਪਰਮਾਤਮਾ ਨੇ ਕਿਹਾ ਨਾਨਕ ਜਾ, ਦੁਨੀਆ ਨੂੰ ਉਸ ਗੁੰਮਰਾਹ ਹੋਏ ਰਸਤਿਆਂ ਤੋਂ ਹਟਾ ਕੇ, ਭਟਕੇ ਹੋਏ ਰਸਤਿਆਂ ਤੋਂ ਹਟਾ ਕੇ ਸੱਚ ਦੇ ਮਾਰਗ ਤੇ ਲਾ ਉਹਨਾਂ ਨੂੰ। ਕਿਉਂਕਿ ਮੈਂ ਆਪਣੀ ਗੱਲ ਦੱਸਣ ਵਾਸਤੇ ਬਹੁਤ ਲੋਕਾਂ ਨੂੰ ਇਸ ਦੁਨੀਆ ਤੇ ਭੇਜਿਆ। ਸਭ ਆਪਣੀ ਆਪਣੀ ਉਰਜਾਨਾ, ਪਾਰ ਬ੍ਰਹਮ ਕਿਨੂੰ ਨਾ ਪਛਾਨਾ। ਸਭ ਆਪਣੀ ਪੂਜਾ ਦੇ ਵਿੱਚ ਲੱਗ ਕੇ ਬੈਠ ਗਏ, ਆਪਣੀਆਂ ਦੁਕਾਨਦਾਰੀਆਂ ਖੋਲ ਕੇ ਬੈਠ ਗਏ। ਮੇਰੀ ਤਾਂ ਗੱਲ ਹੀ ਨਹੀਂ ਕਿਸੇ ਨੇ ਦੱਸੀ, ਮੇਰੇ ਬਾਰੇ ਤਾਂ ਦੁਨੀਆ ਨੂੰ ਦੱਸਿਆ ਨਹੀਂ ਕਿ ਮੈਂ ਵੀ ਹਾਂ। ਸਾਨੂੰ ਉਸ ਰੱਬ ਨੇ ਭੇਜਿਆ, ਉਸ ਪਰਮਾਤਮਾ ਨੇ ਭੇਜਿਆ, ਮੇਰਾ ਤਾਂ ਕੋਈ ਨਾਂ ਹੀ ਨਹੀਂ ਲੈਂਦਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ, ਇਹ ਲੋਕਾਂ ਨੂੰ ਵਿਚਾਰਿਆਂ ਨੂੰ ਕੀ ਪਤਾ, ਜਿਹਨੂੰ ਇਹ 100 ਸੁਹਾਗਣ ਕਹਿ ਰਿਹਾ, ਜਿਹਨੂੰ ਇਹ ਰੱਬ ਕਹਿ ਰਿਹਾ, ਜਿਹਨੂੰ ਇਹ ਗੁਰੂ ਕਹਿ ਰਿਹਾ, ਜਿਹਨੂੰ ਇਹ ਪਰਮਾਤਮਾ ਕਹਿ ਰਿਹਾ, ਜਿਹਦੇ ਵਰਗਾ ਕਹਿ ਰਿਹਾ ਦੁਨੀਆ ਤੇ ਗੁਰੂ, ਪੀਰ, ਪੈਗੰਬਰ ਕੋਈ ਨਹੀਂ। ਲੈ ਅੱਜ ਇਹਨਾਂ ਨੂੰ ਦੱਸ ਦਈਏ ਵੀ ਉਹਦੇ ਵਰਗਾ ਦੁਨੀਆ ਤੇ ਪਖੰਡੀ ਕੋਈ ਨਹੀਂ ਜਿਹਦਾ ਇੰਤਜ਼ਾਰੇ ਕਰਦੇ ਆ। ਉਹਦੇ ਵਰਗਾ ਫਰੇਬੀ ਕੋਈ ਨਹੀਂ ਜਿਹੜਾ ਆਪਣੇ ਆਪ ਨੂੰ ਸੱਚਾ ਗੁਰੂ ਕਹਾ ਰਿਹਾ। ਅੱਜ ਇਹਨਾਂ ਸੰਸਾਰ ਦੇ ਲੋਕਾਂ ਨੂੰ ਦੱਸ ਦਈਏ, ਮੈਨੂੰ ਇਹ ਦੁਨੀਆ ਤੇ ਤਰਸ ਆਉਂਦਾ ਹੈ। ਆਏ ਵਿਚਾਰੇ ਪਰਮਾਤਮਾ ਨੂੰ ਮਿਲਣ ਲਈ ਨੇ, ਸਾਰੇ ਰੱਬ ਦੀ ਜੋਤ ਨੇ, ਰੱਬ ਨੂੰ ਮਿਲਣਾ ਸਾਰਿਆਂ ਨੇ, ਪਰ ਇਹ ਗਲਤ ਲੋਕਾਂ ਦੇ ਹਿੜਕੇ ਆ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਸਵਾਸਾਂ ਦੀ ਕੀਮਤੀ ਪੂੰਜੀ ਨੂੰ ਐਵੇਂ ਹੀ ਥਾਂ ਥਾਂ ਤੇ ਬਰਬਾਦ ਕਰਦੇ ਫਿਰ ਰਹੇ ਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜਦੋਂ ਅੱਜ ਉਹਨਾਂ ਨੇ ਬਾਹਰ ਨਿਕਲਣਾ ਨਾ, ਤੁਹਾਡੇ ਪੀਰ ਜੀ ਨੇ ਨਾ ਕਿਸੇ ਨੇ ਢੋਲ ਵਜਾਉਣਾ, ਨਾ ਕਿਸੇ ਨੇ ਫੁੱਲਾਂ ਦੀ ਮਾਲਾ ਗਲ ਚ ਪਾਉਣੀ ਆ, ਨਾ ਫੁੱਲਾਂ ਦੀ ਵਰਖਾ ਕਰਨੀ ਹੈ, ਨਾ ਉਹਨੂੰ ਕਿਸੇ ਨੇ ਮੱਥਾ ਟੇਕਣਾ। ਤੁਸੀਂ ਚੁੱਪਚਾਪ ਸ਼ਾਂਤੀ ਨਾਲ ਇੱਕ ਸਾਈਡ ਤੇ ਹੋ ਕੇ ਬੈਠ ਜਾਓ। ਅੱਜ ਤੁਹਾਨੂੰ ਪਤਾ ਲੱਗ ਜਾਏਗਾ ਕਿ ਉਹ 100 ਸੁਹਾਗਣ ਕਿੰਨਾ ਰੱਬ ਨਾਲ ਜੁੜਿਆ। ਸਾਖੀਕਾਰ ਕਹਿੰਦੇ ਆ ਹੁਣ ਅੱਗੇ ਤਾਂ ਉਹਨੂੰ ਢੋਲ ਢਪੱਕੇ ਦੀਆਂ ਆਵਾਜ਼ਾਂ ਅੰਦਰ ਸੁਣਦੀਆਂ ਸਨ ਭੋਰੇ 'ਚ, ਹੁਣ ਕੋਈ ਆਵਾਜ਼ ਨਹੀਂ ਗਈ। ਅੱਗੇ ਲੋਕਾਂ ਦੀ ਚਹਿਲ ਪਹਿਲ, ਆਵਾਜਾਈ, ਪੈਰਾਂ ਦੀ ਖਟਖਟਾਹਟ, ਆਪਸੀ ਗੱਲਬਾਤ ਕਰਦੇ ਲੋਕ ਸੁਣਦੇ ਸਨ। ਲੋਕ ਬੜੇ ਜਮਾ ਹੋ ਗਏ ਮੇਰੇ ਸਤਿਕਾਰ ਲਈ। ਅੱਜ ਕੋਈ ਆਵਾਜ਼ ਨਹੀਂ। ਗੁਰੂ ਨਾਨਕ ਸਾਹਿਬ ਨੇ ਇੱਕ ਪਾਸੇ ਖੜ ਕੇ ਉਹਨਾਂ ਨੂੰ ਬਿਠਾ ਦਿੱਤਾ ਕਿ ਤੁਸੀਂ ਵੇਖ ਲਓ ਭਾਈ, ਜਿਹਨੂੰ ਗੁਰੂ ਸਮਝਦੇ ਹੋ ਉਹਦਾ ਅੰਦਰੋਂ ਜੀਵਨ ਕੀ ਹੈ। ਜਿਹੜਾ ਤੁਹਾਨੂੰ ਗੁੰਮਰਾਹ ਕਰਕੇ ਆਪਣੀ ਪੂਜਾ ਕਰਾ ਰਿਹਾ ਤੇ ਰੱਬ ਦੀ ਤੁਹਾਨੂੰ ਗੱਲ ਨਹੀਂ ਦੱਸ ਰਿਹਾ। ਅੱਜ ਜਦੋਂ 100 ਸੁਹਾਗਣ ਬਾਹਰ ਨਿਕਲਿਆ,
ਇੱਕਦਮ ਬੇਹੋਸ਼ ਹੋ ਕੇ ਡਿੱਗ ਪਿਆ। ਗੁਰੂ ਨਾਨਕ ਸਾਹਿਬ ਕੋਲ ਆਏ, ਸਾਰੇ ਕੋਲ ਆਏ, ਕਹਿੰਦੇ ਜੀ ਇਹ ਤਾਂ ਬੇਹੋਸ਼ ਹੀ ਹੋ ਕੇ ਸਾਡੇ ਗੁਰੂ ਜੀ ਵੀ ਅੱਗੇ ਤਾਂ ਇਹ ਕਦੇ ਹੋਇਆ ਨਹੀਂ, ਅੱਜ ਕੀ ਹੋ ਗਿਆ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਅਸਲ ਵਿੱਚ ਇਹ ਹਉਮੈ ਦੇ ਪੱਠੇ ਖਾਂਦਾ ਸੀ। ਤੁਸੀਂ ਢੋਲ ਵਜਾਉਂਦੇ ਸੀ, ਜੀ ਆਇਆ ਕਹਿੰਦੇ, ਮੱਥੇ ਟੇਕਦੇ, ਪਟਾਵਾਂ ਰੱਖਦੇ, ਗਲ ਚ ਹਾਰ ਪਾਉਂਦੇ, ਫੁੱਲਾਂ ਦੀ ਵਰਖਾ ਕਰਦੇ। ਇਹ ਸਾਰੀਆਂ ਗੱਲਾਂ ਇਹਦੇ ਅੰਦਰ ਨੂੰ, ਮਨੋਬਲ ਨੂੰ ਉੱਚਾ ਕਰਦੀਆਂ ਸਨ, ਇਹਨੂੰ ਅੰਦਰੋਂ ਤਾਕਤ ਦਿੰਦੀਆਂ ਸਨ। ਅੱਜ ਇਹੋ ਜਿਹਾ ਕੁਛ ਨਹੀਂ ਮਿਲਿਆ ਤੇ ਇਹ ਆਪਣੀ ਸ਼ਰਮਿੰਦਗੀ ਦੇ ਵਿੱਚ ਇਹਨੂੰ ਵੀ ਮੇਰਾ ਤਾਂ ਦੁਨੀਆ ਤੇ ਹੈ ਹੀ ਕੁਛ ਨਹੀਂ, ਵੱਡਿਆ ਕੁਛ ਨਹੀਂ ਗਿਆ। ਤੇ ਅੱਜ ਇਸ ਚੱਕਰ ਵਿੱਚ ਇਹ ਬੇਹੋਸ਼ ਹੋ ਕੇ ਡਿੱਗ ਪਿਆ। ਇਹਦੇ ਕੋਲ ਕੋਈ, ਜਿਹਨੂੰ ਤੁਸੀਂ ਕਹਿੰਦੇ ਹੋ 40 ਦਿਨ ਭੁੱਖਾ, ਜਦੋਂ ਅੰਦਰ ਜਾ ਕੇ ਵੇਖਿਆ ਛਕਣ ਲਈ ਪਦਾਰਥ ਪਏ ਨੇ ਤੇ ਉਹ ਵਿਭਚਾਰੀ ਹੈ, ਭੋਗ ਵਿਲਾਸ ਅੰਦਰ ਕਰ ਰਿਹਾ ਹੈ, ਕਿਹੜਾ ਰੱਬ ਦਾ ਨਾਮ ਜਪ ਰਿਹਾ। ਜਦੋਂ ਦੁਨੀਆ ਨੂੰ ਪਤਾ ਲੱਗਿਆ, ਮਹਾਰਾਜ ਕਹਿੰਦੇ ਵੀ ਇਹਦੇ ਪੈਰਾਂ 'ਚ ਥੋੜੀ ਮਾਲਿਸ਼ ਕਰੋ ਤੇ ਨਾਲ ਢੋਲ ਢਮੱਕਾ ਸ਼ੁਰੂ ਕਰੋ। ਜਿਵੇਂ ਢੋਲ ਢਮੱਕਾ ਸ਼ੁਰੂ ਹੋਇਆ, ਪੀਰ ਜੀ ਨੂੰ ਹੋਸ਼ ਆਈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਸਾਹਮਣੇ ਬੈਠੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਮਹਾਰਾਜ ਕਹਿੰਦੇ ਪੀਰ ਜੀ ਕਿਹੜੇ ਰੱਬ ਦੇ ਤੁਹਾਨੂੰ ਦਰਸ਼ਨ ਹੁੰਦੇ ਨੇ? ਕਿਹੜੇ ਰੱਬ ਦਾ ਤੁਹਾਡੇ ਕੋਲੇ ਸਨੇਹ ਹੈ, ਉਪਦੇਸ਼ ਹੈ, ਦੁਨੀਆ ਸੁਣਨ ਵਾਸਤੇ ਹੀ ਇਹਨਾਂ ਨੂੰ ਦੇ ਦਿਓ। ਹੁਣ ਦੁਨੀਆ ਉਹਦੀ ਅਸਲੀਅਤ ਜਾਣ ਚੁੱਕੀ ਹੈ ਕਿ ਇਹ ਝੂਠ ਦੀ ਦੁਕਾਨ ਹੈ, ਝੂਠ ਪਖੰਡ ਦੀ ਦੁਕਾਨ ਹੈ, ਝੂਠ ਫਰੇਬ ਤੋਂ ਬਿਨਾਂ ਇਹਦੇ ਕੋਲੇ ਕੁਝ ਵੀ ਨਹੀਂ। ਜਿਹੜੇ ਲੋਕ ਫੁੱਲਾਂ ਦੀਆਂ ਮਾਲਾ, ਫੁੱਲਾਂ ਦੇ ਹਾਰ ਲੈ ਕੇ ਆਏ ਸਨ, ਉਹ ਸਭ ਇੱਟਾਂ ਰੋੜੇ ਚੱਕੀ ਖੜੇ ਨੇ ਕਿ ਇਸ ਪੀਰ ਨੂੰ ਅੱਜ ਛੱਡਣਾ ਨਹੀਂ। ਅਸਲੀਅਤ ਜਦੋਂ ਸਾਹਮਣੇ ਆਈ, ਹੁਣ ਗੁਰੂ ਤਾਂ ਉਹ ਵੀ ਕਹਾ ਰਿਹਾ ਸੀ, ਗੁਰੂ ਤਾਂ ਆਪਣੇ ਆਪ ਨੂੰ ਉਹ ਵੀ ਸਦਾ ਰਿਹਾ ਸੀ, ਪਰ ਅੱਜ ਗੁਰੂ ਨਾਨਕ ਸਾਹਿਬ ਨੇ ਦੱਸਿਆ ਭਾਈ ਕਿ ਇਹੋ ਜਿਹੇ ਲੋਕ ਗੁਰੂ ਨਹੀਂ, ਇਹੋ ਜਿਹੇ ਲੋਕ ਰੱਬ ਦਾ ਜਿਹੜਾ ਇਹ ਸਨੇਹਾ ਨਹੀਂ ਇਹਨਾਂ ਕੋਲ, ਇਹ ਆਪਣੀਆਂ ਦੁਕਾਨਦਾਰੀਆਂ ਕਾਮਯਾਬ ਕਰਨ ਵਾਸਤੇ ਬੈਠੇ ਹੋਏ ਨੇ। ਕੋਈ ਇਹਨਾਂ ਕੋਲੇ ਰੱਬੀ ਉਪਦੇਸ਼ ਨਹੀਂ, ਰੱਬੀ ਗਿਆਨ ਨਹੀਂ। ਇਹ ਆਪਣਾ ਵੀ ਜੀਵਨ ਬਰਬਾਦ ਕਰਦੇ ਆ। ਜਿਹੜੇ ਇਹਨਾਂ ਦੇ ਪਿੱਛੇ ਲੱਗ ਜਾਂਦੇ ਆ, ਉਹਨਾਂ ਦਾ ਵੀ ਜੀਵਨ ਬਰਬਾਦ ਕਰ ਦਿੰਦੇ ਆ। ਕਬੀਰ ਮਾਏ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ, ਆਪ ਡੁੱਬੇ ਚਾਹੋ ਬੇਦ ਮੈਂ, ਚੇਲੇ ਦੀਏ ਬਹਾਏ। ਇਹਨਾਂ ਨੇ ਆਪ ਵੀ ਡੁੱਬਣਾ ਭਵ ਸਾਗਰ ਚ, ਤੇ ਜਿਹੜੇ ਨਾਲ ਦੇ ਚੇਲੇ ਆ ਉਹਨਾਂ ਨੂੰ ਵੀ ਡੋਬ ਜਾਂਦੇ ਆ, ਕਿਉਂਕਿ ਅੰਦਰ ਨਾਮ ਦਾ ਗਿਣਕਾ ਨਹੀਂ, ਅੰਦਰ ਸਿਮਰਨ ਨਹੀਂ, ਅੰਦਰ ਬੰਦਗੀ ਨਹੀਂ, ਅੰਦਰ ਰੱਬੀ ਬਖਸ਼ਿਸ਼ ਨਹੀਂ। ਬਿਨਾਂ ਅੰਦਰ ਨਾਮ ਦੇ ਗਿਣਕੇ ਤੋਂ, ਬਿਨਾਂ ਰੱਬੀ ਬਖਸ਼ਿਸ਼ ਤੋਂ, ਬਿਨਾਂ ਅਕਾਲ ਪੁਰਖ ਦੀ ਮਿਹਰਬਾਨੀ ਤੋਂ ਕਿਵੇਂ ਕੋਈ ਉਸ ਪਰਮਾਤਮਾ ਦੇ ਘਰ ਦੀਆਂ ਗੱਲਾਂ ਕਰ ਸਕਦਾ ਹੈ, ਉਹ ਪਰਮਾਤਮਾ ਨਾਲ ਜੋੜ ਸਕਦਾ ਹੈ। ਉਹ ਆਪ ਵੀ ਗੁੰਮਰਾਹ ਹੁੰਦਾ ਤੇ ਦੁਨੀਆ ਨੂੰ ਵੀ ਗੁੰਮਰਾਹ ਕਰਦਾ ਹੈ। ਅੱਜ ਮਹਾਰਾਜ ਕਹਿੰਦੇ ਸਮਰੱਥ ਗੁਰੂ ਸਿਰ ਹੱਥ ਧਰਿਓ। ਭਾਈ ਸਮਰੱਥ ਗੁਰੂ ਕੌਣ ਹੈ? ਸਮਰੱਥ ਗੁਰੂ ਦਾ ਨਾਮ ਪਾਠ ਸਾਹਿਬਾਨਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਕਿਹਾ ਹੈ। ਨਿਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਪੱਤਿਆਂ ਦੀ ਪੱਤ, ਨੇ ਗੱਤਿਆਂ ਦੀ ਗੱਤ, ਨੇ ਧਿਰਿਆਂ ਦੀ ਧੀਰ। ਐਸੇ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਉਹ ਸਮਰੱਥ ਗੁਰੂ ਨੇ। ਫਿਰ ਸਮਰੱਥ ਗੁਰੂ ਸਿਰ, ਰਾਰੇ ਨੂੰ ਸਿਹਾਰੀ ਹੈ ਸੱਸੇ ਦੇ ਸਿਰ ਦੇ, ਤੇ ਮਾਰੇ ਕਹਿੰਦੇ ਸਿਰ ਤੇ ਐਸੇ ਸਮਰੱਥ ਗੁਰੂ ਦਾ ਭਾਈ ਜਦੋਂ ਸਿਰ ਉੱਤੇ ਹੱਥ ਟਿਕਦਾ ਹੈ, ਸਮਰੱਥ ਗੁਰੂ ਦੀਆਂ ਬਖਸ਼ਿਸ਼ਾਂ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ। ਸਮਰੱਥ ਗੁਰੂ ਦੀ ਰਹਿਮਤ ਉਸ ਇਨਸਾਨ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਸਮਰੱਥ ਗੁਰੂ ਦੀ ਰੱਬੀ ਤਾਕਤ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੀ ਹੈ। ਜਦੋਂ ਸਮਰੱਥ ਗੁਰੂ ਦਾ ਸਿਰ ਤੇ ਹੱਥ ਟਿਕਦਾ ਹੈ, ਵਿੱਚੋਂ ਜਿਨ ਮਸਤਕ ਧੁਰ ਹਰ ਲਿਖਿਆ, ਜਿਨ੍ਹਾਂ ਦੇ ਮਸਤਕ ਉੱਤੇ ਪਰਮਾਤਮਾ ਗੁਰੂ ਦਾ ਹੱਥ ਟਿਕ ਜਾਏ, ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਮਾਰੇ ਕਹਿੰਦੇ ਸਾਰੀਆਂ ਬੁਰਾਈਆਂ, ਭੈੜੀ ਸੋਚ, ਭੈੜੀ ਮਤ, ਪਾਪ, ਵਿਕਾਰ, ਮੈਲ, ਉਹ ਸਭ ਕੁਝ ਖਤਮ ਹੋ ਜਾਂਦਾ ਜਦੋਂ ਸਮਰੱਥ ਗੁਰੂ ਦਾ ਸਿਰ ਤੇ ਹੱਥ ਟਿਕ ਜਾਏ। ਗੁਰੂ ਅਮਰਦਾਸ ਕਿੰਨੇ ਕੁ ਸਮਰੱਥ ਨੇ? ਮਰਿਆਦਾ ਪੁਰਸ਼ੋਤਮ ਭਗਵਾਨ ਰਾਮਚੰਦਰ ਜੀ ਇਸ ਦੁਨੀਆ ਤੇ ਆਏ। ਉਹਨਾਂ ਨੇ ਇੱਕ ਗੁਰਤਾ ਗੱਦੀ ਆਪਣੇ ਤਖਤ ਤੇ ਬੈਠਣ ਲੱਗਿਆ, ਆਪਣੀ ਕੌਮ, ਆਪਣੀ ਉਮਤ ਦੀ ਅਗਵਾਈ ਕਰਨ ਲੱਗਿਆ, ਇੱਕ ਐਲਾਨ ਕੀਤਾ ਕਿ ਸਾਡੇ ਹੁੰਦਿਆਂ ਕਿਸੇ ਮਾਂ-ਬਾਪ ਦਾ ਨੌਜਵਾਨ ਬੱਚਾ ਨਹੀਂ ਚੜਾਈ ਕਰੇਗਾ। ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਇਹ ਇੱਕ ਐਲਾਨ ਕਰ ਦਿੱਤਾ। ਅਚਾਨਕ ਇੱਕ ਬ੍ਰਾਹਮਣ ਪਰਿਵਾਰ ਆਪਣੇ ਨੌਜਵਾਨ ਬੱਚੇ ਦੀ ਲਾਸ਼ ਲੈ ਕੇ ਭਗਵਾਨ ਰਾਮਚੰਦਰ ਜੀ ਕੋਲ ਆਏ ਤਾਂ ਕਹਿੰਦੇ ਜੀ ਤੁਸੀਂ ਤਾਂ ਐਲਾਨ ਕੀਤਾ ਵੀ ਤੁਹਾਡੇ ਹੁੰਦਿਆਂ ਕਿਸੇ ਮਾਪਿਆਂ ਦਾ ਪੁੱਤ ਚੜਾਈ ਨਹੀਂ ਕਰੇਗਾ, ਸਾਡਾ ਚੜਾਈ ਕਰ ਗਿਆ, ਇਹਨੂੰ ਜਿਉਂਦਾ ਕਰੋ, ਇਹਦਾ ਕਾਰਨ ਦੱਸੋ ਵੀ ਕਿਉਂ ਚੜਾਈ ਕੀਤਾ। ਤਾਂ ਕਹਿੰਦੇ ਨੇ ਆਪਣੇ ਗੁਰੂ ਕੋਲ ਵਸ਼ਿਸ਼ਟ ਜੀ ਨੂੰ ਪੁੱਛਿਆ ਕਿ ਕਾਰਨ ਲੱਭੋ ਕੀ ਹੋਇਆ, ਸਾਡਾ ਬੱਚਾ ਝੂਠਾ ਨਹੀਂ ਜਾ ਸਕਦਾ। ਮੈਂ ਕਿਹਾ ਹੋਵੇ ਵੀ ਕੋਈ ਚੜਾਈ ਨਹੀਂ ਕਰੇਗਾ ਤੇ ਮਾਪਿਆਂ ਦਾ ਬੱਚਾ ਚਲਿਆ ਗਿਆ, ਐਸਾ ਹੋਣਾ ਨਹੀਂ ਚਾਹੀਦਾ, ਇਹਦਾ ਕਾਰਨ ਲੱਭ ਕੇ ਦੱਸੋ ਕਿਉਂ।
ਦੇ ਜਿਹੜੇ ਗੁਰੂਦੇਵ ਉਹਨਾਂ ਨੇ ਦੱਸਿਆ ਕਿ ਜੀ ਤੁਹਾਡੇ ਰਾਜ ਵਿੱਚ ਕੋਈ ਸ਼ੂਦਰ ਬੰਦਾ, ਨੀਵੀਂ ਜਾਤ ਦਾ ਬੰਦਾ ਰੱਬ ਦੀ ਭਗਤੀ ਕਰ ਰਿਹਾ, ਇਸ ਕਰਕੇ ਇਹ ਵਰਤਾਰਾ ਵਾਪਰਿਆ। ਜਿਹਦੇ ਰਾਜ ਵਿੱਚ ਕੋਈ ਗਰੀਬ ਬੰਦਾ ਰੱਬ ਦਾ ਨਾਮ ਨਹੀਂ ਲੈ ਸਕਦਾ, ਜਿਨ੍ਹਾਂ ਦੇ ਤਖਤ ਤੇ ਬੈਠਿਆ ਕੋਈ ਗਰੀਬ ਬੰਦਾ ਨਾਮ ਨਹੀਂ ਲੈ ਸਕਦਾ ਪਰਮਾਤਮਾ ਦਾ, ਪਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਆਏ ਜਿਨ੍ਹਾਂ ਗਰੀਬਾਂ ਨੂੰ ਰੱਬ ਦਾ ਨਾਮ ਲੈਣ ਦਾ ਹੁਕਮ ਨਹੀਂ ਸੀ, ਜਿਹੜੇ ਰੱਬ ਦਾ ਨਾਮ ਸੁਣ ਨਹੀਂ ਸੀ ਸਕਦੇ। ਜੇ ਉਹ ਰੱਬ ਦਾ ਨਾਮ ਸੁਣਦਿਆਂ ਕੰਨਾਂ 'ਚ ਸਿੱਕਾ ਢਾਲ ਕੇ ਪਾਇਆ ਜਾਂਦਾ ਹੈ, ਜੇ ਰਸਨਾ ਤੋਂ ਰੱਬ ਦਾ ਨਾਮ ਲੈਂਦੇ ਉਹਨਾਂ ਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਹੈ। ਜੇ ਕੋਈ ਅੱਖਾਂ ਨਾਲ ਧਾਰਮਿਕ ਗ੍ਰੰਥਾਂ ਦੇ ਦਰਸ਼ਨ ਕਰਦਾ ਹੈ, ਅੱਖਾਂ ਕੱਟ ਦਿੱਤੀਆਂ ਜਾਂਦੀਆਂ ਨੇ। ਜਿਹੜੇ ਛੱਜੂ ਚੀਵਰ ਦੀ ਸਾਖੀ ਆਪਾਂ ਕਈ ਵਾਰ ਪੜ੍ਹਦੇ ਸੁਣਦੇ ਆ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕੋਲ ਆਇਆ, ਉਸ ਗੂੰਗੇ ਬੋਲੇ ਤੋਂ ਗੀਤਾ ਦੇ ਅਰਥ ਕਰਾਏ। ਸਰੀਰ ਕਰਕੇ ਵੀ ਗੂੰਗਾ ਬੋਲਾ ਹੋਏਗਾ, ਪਰ ਕਈ ਵਿਦਵਾਨ ਕਹਿੰਦੇ ਆ ਕਿ ਉਹ ਗਰੀਬ ਪਰਿਵਾਰ ਦੇ ਵਿੱਚੋਂ ਸੀ, ਗਰੀਬ ਜਾਤ ਨਾਲ ਸੰਬੰਧ ਰੱਖਦਾ ਸੀ। ਉਸ ਵੇਲੇ ਦੇ ਧਾਰਮਿਕ ਪੁਜਾਰੀਆਂ ਨੇ, ਧਾਰਮਿਕ ਠੇਕੇਦਾਰਾਂ ਨੇ ਇਹੋ ਜਿਹੇ ਗਰੀਬ ਲੋਕਾਂ ਨੂੰ ਨਾ ਧਾਰਮਿਕ ਮੰਦਿਰਾਂ 'ਚ ਜਾਣ ਦਿੱਤਾ, ਨਾ ਧਾਰਮਿਕ ਗ੍ਰੰਥਾਂ ਦੀ ਗੱਲ ਸੁਣਨ ਦਿੱਤੀ ਤੇ ਨਾ ਉਹਨਾਂ ਨੂੰ ਗੱਲ ਕਰਨ ਦਿੱਤੀ। ਇਸੇ ਕਰਕੇ ਉਹ ਗੂੰਗੇ ਬੋਲੇ ਸਨ। ਉਹਨਾਂ ਨੇ ਨਾ ਕੋਈ ਰੱਬ ਦੀ ਗੱਲ ਸੁਣੀ ਤੇ ਨਾ ਉਹ ਕੋਈ ਰੱਬ ਦੀ ਗੱਲ ਅੱਗੇ ਬੋਲਣ ਜੋਗੇ ਹੋਏ। ਇਸ ਕਰਕੇ ਵੀ ਉਹ ਗੂੰਗੇ ਬੋਲੇ ਨੇ, ਕਿਉਂਕਿ ਉਹਨਾਂ ਨੇ ਸੁਣਿਆ ਵੀ ਰੱਬ ਦਾ ਕਰਦੇ ਕੁਛ ਨਹੀਂ ਤੇ ਗਾਂ ਦੁਨੀਆ ਨੂੰ ਦੱਸਣਾ ਵੀ ਕੀ ਸੀ ਜਿਹਨੇ ਸੁਣਿਆ ਕੁਛ ਨਹੀਂ। ਗੁਰੂ ਨਾਨਕ ਸਾਹਿਬ ਨੇ ਭਾਈ ਸਾਹਿਬ ਭਾਈ ਮਰਦਾਨੇ ਨੂੰ ਚੁਣਿਆ। ਜਾਤ ਦੇ ਮਿਰਾਸੀ ਨੇ, ਅਖੌਤੀ ਜਾਤ, ਲੋਕ ਉਹਨਾਂ ਤੋਂ ਨਫ਼ਰਤ ਕਰਦੇ ਆ, ਪਰ ਗੁਰੂ ਨਾਨਕ ਸਾਹਿਬ ਨੇ ਰਵਾਬ ਸਰੰਦਾ ਫੜਾ ਕੇ ਕਿਹਾ, ਭਾਈ ਮਰਦਾਨਾ ਇਸ ਦੁਨੀਆ ਤੇ ਮੈਂ ਸੁਣਿਆ ਗਰੀਬ ਬੰਦਾ ਰੱਬ ਦਾ ਨਾਮ ਸੁਣ ਨਹੀਂ ਸਕਦਾ, ਰੱਬ ਦਾ ਨਾਮ ਲੈ ਨਹੀਂ ਸਕਦਾ। ਲੈ ਅੱਜ ਪਰਮਾਤਮਾ ਸਮਰੱਥ ਗੁਰੂ ਤੇਰੇ ਸਿਰ ਤੇ ਹੱਥ ਰੱਖਣ ਲੱਗਿਆ, ਜਿਹਨੂੰ ਰੱਬ ਦਾ ਨਾਮ ਲੈਣ ਦਾ ਹੁਕਮ ਨਹੀਂ, ਮੇਰੇ ਨਾਲ ਚੱਲ ਸਾਰੀ ਦੁਨੀਆ ਨੂੰ ਰੱਬ ਦਾ ਨਾਮ ਸੁਣਾ। ਤੈਨੂੰ ਤਾਂ ਨਾਮ ਲੈਣ ਦਾ ਹੁਕਮ ਨਹੀਂ, ਪਰ ਤੂੰ ਸਾਰੀ ਦੁਨੀਆ ਨੂੰ ਰੱਬ ਦਾ ਨਾਮ ਸੁਣਾ। ਫਿਰ 50 ਸਾਲ ਦੇ ਕਰੀਬ ਭਾਈ ਸਾਹਿਬ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਨਾਲ ਰਹੇ। ਉਹਨਾਂ ਨੇ ਸਮੁੱਚੀ ਖਲਕਤ ਕਾਇਨਾਤ ਨੂੰ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਪਰਮਾਤਮਾ ਦੇ ਰੱਬ ਦੀਆਂ ਨਾਮ ਦੀਆਂ ਗੱਲਾਂ ਸੁਣਾਈਆਂ, ਰੱਬ ਦੀ ਸਿਫਤ ਸੁਣਾਈ, ਪਰਮਾਤਮਾ ਦੀ ਸਿਫਤ ਸੁਣਾਈ। ਅਨੇਕਾਂ ਟੁੱਟਿਆ ਹੋਇਆਂ ਨੂੰ ਰੱਬ ਦਾ ਨਾਮ ਸੁਣਾ ਕੇ ਰੱਬ ਦੇ ਨਾਲ ਜੁੜਿਆ। ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਦਿਨ ਕਾ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ ਮਾਰੇ। ਕਹਿੰਦੇ ਜਿੱਥੇ ਨੀਚ ਸੰਭਾਲੀਆਂ ਨਾ ਤਿੱਥੇ ਨਦਰ ਤੇਰੀ ਬਖਸ਼ੀਸ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੀ ਤਾਂ ਨਿਭਦੀ ਗਰੀਬਾਂ ਨਾਲ ਹੈ, ਮੈਨੂੰ ਤਾਂ ਕਿਆ ਹੀ ਗਰੀਬ ਨਵਾਜ ਜਾਂਦਾ ਹੈ। ਗਰੀਬ ਨਵਾਜ ਗੁਸਈਆਂ ਮੇਰਾ ਮਾਥਾ ਛਤਰ ਹੈ। ਜਿਨ੍ਹਾਂ ਨੂੰ ਲੋਕ ਦੁਰਕਾਰ ਦੇ ਹੋਣ, ਤਿਰਸਕਾਰ ਦੇ ਹੋਣ, ਜਿਨ੍ਹਾਂ ਨੂੰ ਲੋਕ ਲਤਾੜਦੇ ਹੋਣ, ਮੈਂ ਉਹਨਾਂ ਦੱਬੇ ਹੋਏ, ਦੁਰਕਾਰਿਆ ਹੋਇਆਂ ਨੂੰ, ਲਤਾੜਿਆ ਹੋਇਆਂ ਨੂੰ, ਤਿਰਸਕਾਰਿਆ ਹੋਇਆਂ ਨੂੰ, ਦਲਿਤ ਦੇ ਅਰਥ ਹੀ ਬਣਦੇ ਆ ਜੀ ਦਲਿਤ। ਜਿਹੜਾ ਦੁਰਕਾਰਿਆ ਹੋਵੇ, ਲਤਾੜਿਆ ਹੋਵੇ, ਤਿਰਸਕਾਰਿਆ ਹੋਵੇ, ਮੈਂ ਉਹਨਾਂ ਦੱਬੇ ਕੁਚਲੇ ਜਿਹੜੇ ਲਤਾੜੇ ਤਿਰਸਕਾਰੇ ਲੋਕ ਆ ਉਹਨਾਂ ਨੂੰ ਤਾਂ ਗਲ ਲਾਉਣ ਵਾਸਤੇ ਆਇਆ, ਉਹਨਾਂ ਨੂੰ ਬਣਦੇ ਹੱਕ ਦਿਵਾਉਣ ਵਾਸਤੇ ਆਇਆ, ਉਹਨਾਂ ਨੂੰ ਸਿਰ ਉੱਚਾ ਕਰਕੇ ਜਿਉਣ ਦਾ ਹੱਕ ਦਿਵਾਉਣ ਵਾਸਤੇ ਆਇਆ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਇਸੇ ਕਰਕੇ ਕਿਹਾ ਸੀ, इन्हीं की कृपा ते सजे हम है, ना ही मोह सो गरीब करोड़ परे। पहाड़ी राजे कहते जी बाटा अट तैयार कर दो, गरीबां नाल असीं नहीं अमर छकना, अट तैयार कर दो कि छक लांगे। पातशाह कहते जिन्हां नूं गरीब कह रहे हो, जिन्हां तो नफरत कर रहे हो, अज मैनू भी ये बादशाह दरवेश बनाउण वाले यही लोग ने, मैनू गुरु गोबिंद सिंह साहब बनाउण वाले यही लोग ने। इन्हां दी किरपा नाल ही अज मैं सजिया होया, एडा मान। लेकिन अज भगवान रामचंद्र जी के दरबार में पूछा भी नौजवान बच्चा क्यों चढ़ाई किया। मेरा हुक्म सी मेरे बैठिया कोई चढ़ाई नहीं करेगा किसी मापिया का पुत। ते उन्हां दा गुरु कोल विशिष्ट कह रहा कि एक गरीब तुहाडे राह च भगती कर रहा है, एक शूद्र तुहाडे राह च भगती कर रहा है। तां ये वर्तारा वापरिया है। उस गरीब उस शूद्र नूं लभो किथे बैठा भगती कर रहा है। जंगलां दे विच शंभूक रिखी भगती कर रहा सिंघू दे किनारे बैठा। भावें कि कहते हैं उस वेले सवाल जवाब शंभूक रिखी नाल बहुत होए, शंभूक रिखी ने निर उत्तर किया सारिਆਂ ਨੂੰ, पर फिर भी उस गरीब नूं गरीब होने के नाते, शूद्र होने के नाते ਉਹਦਾ ਸਿਰ ਧੜ ਤੋਂ ਵਾਹ ਕੀਤਾ ਗਿਆ कि ਤੈਨੂੰ ਕੋਈ ਹੁਕਮ नहीं इस राज ਵਿੱਚ ਰੱਬ ਦਾ ਨਾਮ ਲੈਣ ਦਾ, परमात्मा ਦੀ ਭਗਤੀ ਕਰਨ ਦਾ। ਤੇ ਤਾਂ ਅੱਜ ਇਹ ਸਾਡੀ ਹੁਕਮ ਅਦੂਲੀ ਹੋਈ ਹੈ। पर ਧੰਨ ਗੁਰੂ ਅਮਰਦਾਸ ਸਮਰੱਥ ਗੁਰੂ ਨੇ गोविंदवाल साहब की धरती ते विराजमान ने। एक मां दे रोण की आवाज आई। महाराज ने पूछा भाई ये कौन रो रहा है ते क्यों रो रहा है।
इस रोण की आवाज दर्द बहुत है। पता करो कौन? कहते जी एक बिरध मां रो रही है। क्यों रो रही है भाई? कहते ओदा नौजवान पुत चढ़ाई कर गए, बौली का कड़ भन्निया, पानी का प्रेशर इन्ना तेज सी, ओदा मां का पुत पानी च डुब के चढ़ाई कर गया। मां तां रो रही है, इकलौता पुत सी, नौजवान पुत सी। महाराज ने कहा माई नूं कोल लैके आओ। पुछया मां तेरे बच्चे का नां की? कहन लगी जी माणक चंद जिवड़ा है। महाराज कहते जेडे माणक होण कदे डुबदे नहीं मां, वो तां तर जांदे ने, जेडे जिवड़े होण वो तां जिउणा ही जाणदे ने, उन्हां नूं मौत किथे। अज गुरु साहब दे बचनां विच एडी ताकत, मृतक को पायो तन सासा पिछे तार मिलाया, प्रभ भावे बिन सास ते रख है। अज वो किरपा वरती ते हुण समर्थ गुरु की निशानी ये हुंदी है। धन गुरु अमरदास समर्थ ने अज तख्त ते बैठिया ऐलान किया, जिन्ना समा सी गुरता गद्दी ते विराजमान हां, गोइंदवाल साहब दे इलाके च किसी भी मापिया का नौजवान पुत चढ़ाई नहीं करे। समर्थ गुरु की निशानी है। फिर जिन्ना समा महाराज साहब 22 साल के करीब गुरता गद्दी ते असीन रहिंदे आ, ते उस वेले कहंदे आ फिर किसी भी मापिया का नौजवान पुत कदे मापिया दे बैठिया चढ़ाई नहीं कीता। इस समर्थ गुरु दी निशानियां ने। भट्ट साहबान कहंदे आ अज रब्बी रहमत किरपा हुई, धन गुरु रामदास पातशाह दे सिर ते समर्थ गुरु धन गुरु अमरदास पातशाह ने मुबारक सिर ते हथ रखिया है। गुर कीनी कृपा हर नाम दिया, जिस देख चरण अगन हरिया। गुरु ने किरपा की, गुरु की किरपा विचों की मिलिया? हर नाम दियो। गुरु जदों सिर ते हथ रखदा नाल नाम दी दात भी दिंदा है। गुरु दा सिर ते हथ रखण दा कारण मतलब गुरु दा नाम तैनूं मिल गया, गुरु दा शब्द तैनूं मिल गया, गुरु दा उपदेश तैनूं मिल गया, गुरु दी रब्बी रहमत भाई तुहानूं मिल गई। समर्थ गुरु जदों सिर ते हथ रखदा नाल वो सच्चा नाम भी बख्श दिंदा। गुरु रामदास महाराज नूं सच्चा नाम बख्शिया उस गुरु ने बख्शिया जिन्हां नूं कहंदे आ जिस देख चरण अगन हरियो। धन गुरु अमरदास समर्थ गुरु ने चरण दा अर्थ हुंदा चरण, अगन दा अर्थ हुंदा पाप। अगन दा नन्ना मुक्ता है, एदा अर्थ है कि बेअंत पाप, बेशुमार पाप, अणगिणत पाप। धन गुरु अमरदास तुहाडे चरणां दा ध्यान धरिया, तुहाडे चरणां दे दर्शन कीतिया, तुहाडे चरणां नूं वेख के अणगिणत पाप जिहड़े आ ओह खत्म हो जांदे हन। निसबासुर एक समान ध्यान, सुनाम सुने सुत भान डरिया। जिस नाम दी दात धन गुरु रामदास नूं श्री गुरु अमरदास महाराज ने बख्शी, भट्ट जी कहते हैं हुण धन गुरु रामदास पातशाह दे हिरदे विच ओह नाम टिक गया। हुण निस बासुर, निस दा जिहड़ा है ये निशा तो बनिया। निशा दा अर्थ हुंदा रात, रात दिन, बासुर दा अर्थ हुंदा दिन, रात दिन। हुण धन गुरु रामदास महाराज साहब एक समान ध्यान, इको ही निरंतर एक समान समानांतर वो परमात्मा दे नाम विच ध्यान टिकिया रहिंदा है। ओ नाम जिस नाम तो सो नाम सुने सुत भान डरियो। भान दा अर्थ हुंदा सूरज, सूरज दा पुत है जमराज। उस नाम तो दा भाई जमराज भी डरदा है। ओ नाम गुरु रामदास दे हिरदे विच टिक गया, दिन रात वो नाम विच ध्यान टिकिया रहिंदा है। आप जी एक वचन भी पढ़दे हो, जय साधु गोबिंद भजन कीर्तन नानक नीत, नह होना तू नह छुटै निकट ना जाइयो दूत। जिहदे कोले नाम होवे जमराज नेड़े नहीं आउंदा, जिहदे कोले कीर्तन होवे जमराज नेड़े नहीं हुंदा। जिथे परमात्मा दी भगती होवे भाई उत्थे दूत नहीं आउंदे। अज ओ नाम दी दात जिस नाम तो सूरज दा पुत्र जम भी डरदा है। अनुदास सुवास जगतर गुरु की, पारस पेट पारस करया। अज दास भट्ट अजोके विद्वान कहते हैं कि भट्ट नल जी का निक नेम वो दास है। कईयां ने कहा दास भट्ट ने, खैर वो भन दा अर्थ हुंदा कहना। अज वो कह रहे आ निमरता सहित ये भट्ट साहबान कह रहे हैं सो आस जगतर गुरु की। कहते ने सारे संसार की आस उम्मीद जिहड़ी धन गुरु रामदास पातशाह ते बनी, गुरु अमरदास महाराज के चरणों ते सारियां संगतां दा सब का ध्यान टिकिया होया, सब दियां आसां उहदे ते टिकियां होईयां ने। पारस भेट परस करो, जिन्हां दे कहंदे ने एक वो पारस दी तरह ने। धन गुरु अमरदास साहब सच्चे पातशाह पारस दे नाल स्पर्श करके कोई भी धात सोना बन जाती है। 8 धातां दा वह जिक्र है, पर गुरु अमरदास महाराज दे चरणां नूं परसिया धन गुरु रामदास ने,
ਉਸ ਪਾਰਸਵਤ ਗੁਰੂ ਅਮਰਦਾਸ ਨੇ ਧੰਨ ਗੁਰੂ ਰਾਮਦਾਸ ਨੂੰ ਵੀ ਪਰਸਨਯੋਗ ਬਣਾ ਦਿੱਤਾ। ਉਹ ਵੀ ਪੂਜਾ ਯੋਗ ਹੋ ਗਏ। ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਮੱਥਾ ਟੇਕਿਆ ਉਹ ਇੰਨੇ ਕੁ ਪੂਜਾ ਯੋਗ ਹੋ ਗਏ ਤੇ ਬਾਬਾ ਸੰਤਾ ਬਲਵੰਡ ਜੀ ਕਹਿੰਦੇ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਧੰਨ ਗੁਰੂ ਰਾਮਦਾਸ ਪਰਸਨਯੋਗ ਹੋ ਗਏ। ਅੱਜ ਸਾਰੀਆਂ ਸਿੱਖਾਂ ਸੰਗਤਾਂ ਨੇ ਪਾਰ ਬ੍ਰਹਮ ਰੱਬ ਦਾ ਸਰੂਪ ਸਮਝ ਕੇ ਉਹਨਾਂ ਨੂੰ ਮੱਥਾ ਟੇਕਿਆ, ਟੇਕ ਰਹੇ ਨੇ। ਜਦੋਂ ਤੱਕ ਦੁਨੀਆ ਰਹੇਗੀ ਉਸ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਮਸਕਾਰਾਂ ਕਰਦੇ ਰਹਿਣਗੇ। ਰਾਮਦਾਸ ਗੁਰੂ ਹਰ ਸਤ ਕੀਆ, ਸਮਰੱਥ ਗੁਰੂ ਸਿਰ ਹੱਥ ਧਰਿਆ। ਰਾਮਦਾਸ ਗੁਰੂ ਹਰ ਸਤ ਕੀਓ। ਹਰ ਸਤ ਦਾ ਅਰਥ ਹੁੰਦਾ ਸਦੀਵ ਰਹਿਣ ਵਾਲਾ। ਗੁਰੂ ਅਮਰਦਾਸ ਮਹਾਰਾਜ ਨੇ ਸਦਾ ਸਦੀਵ ਰਹਿਣ ਵਾਲਾ, ਅਟਲ ਰਹਿਣ ਵਾਲਾ ਨਾਮ ਦਿੱਤਾ ਤੇ ਉਹਨਾਂ ਨੂੰ ਵੀ ਅਟਲ ਕਰ ਦਿੱਤਾ ਹੈ। ਸਦੀਵ ਰਹਿਣ ਵਾਲਾ ਨਾਮ ਦੇ ਕੇ ਅਟਲ ਹੋ ਗਏ, ਸਦੀਵ ਹੋ ਗਏ ਹਨ। ਤੇ ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਨੇ ਗੁਰੂ ਰਾਮਦਾਸ ਦੇ ਸਿਰ ਤੇ ਹੱਥ ਰੱਖ ਕੇ ਸਦੀਵ ਜੁਗੋ ਜੁਗ ਅਟਲ ਰਹਿਣ ਵਾਲਾ ਪ੍ਰਮਾਤਮਾ ਦਾ ਨਾਮ ਦਿੱਤਾ। ਉਹਨਾਂ ਨੂੰ ਸਤ ਕਰ ਦਿੱਤਾ, ਉਹਨਾਂ ਨੂੰ ਅਟਲ ਕਰ ਦਿੱਤਾ ਹੈ, ਸਾਰੇ ਪਾਪਾਂ ਨੂੰ ਖਤਮ ਕਰ ਦਿੱਤਾ ਹੈ। ਤੇ ਅੱਜ ਉਹ ਨਾਮ ਦੀ ਦਾਤ ਦਿੱਤੀ ਜਿਸ ਨਾਮ ਦੇ ਵਿੱਚ ਗੁਰੂ ਰਾਮਦਾਸ ਦਿਨ ਰਾਤ ਇੱਕ ਸਮਾਨ ਅੰਤਰ ਟਿਕੇ ਰਹਿੰਦੇ ਹਨ, ਉਹਨਾਂ ਦਾ ਧਿਆਨ ਟਿਕਿਆ ਰਹਿੰਦਾ ਹੈ। ਸੋ ਭਾਈ ਆਓ ਅੱਜ ਅਸੀਂ ਵੀ ਉਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਨਾਲ ਜੁੜੀਏ। ਆਪਣਾ ਧਿਆਨ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਗਈਏ। ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ ਗੁਰ ਡਿਠਾ ਤਾਂ ਮਨ ਸਾਧਾਰਿਆ। ਧੰਨ ਗੁਰੂ ਰਾਮਦਾਸ ਤੁਹਾਡੇ ਦਰਸ਼ਨ ਕਰਕੇ ਜਿਹੜਾ ਇਹ ਭਟਕਦਾ ਮਨ ਇਹ ਸਥਿਰ ਹੋ ਜਾਂਦਾ ਹੈ, ਇਹਨੂੰ ਟਿਕਾ ਮਿਲ ਜਾਂਦਾ। ਜਿਸ ਨਾਮ ਦੀ ਦਾਤ ਗੁਰੂ ਰਾਮਦਾਸ ਨੂੰ ਗੁਰੂ ਅਮਰਦਾਸ ਤੋਂ ਮਿਲੀ, ਅੱਜ ਉਹ ਨਾਮ ਦੀ ਦਾਤ ਸਾਰੇ ਸੰਸਾਰ ਨੂੰ ਵੰਡ ਰਹੇ ਆ, ਨਿਰੰਤਰ ਵੰਡ ਰਹੇ ਆ, ਦਿਨ ਰਾਤ ਵੰਡ ਰਹੇ ਆ। ਇਹ ਮੰਗਣ ਵਾਲਿਆਂ ਤੇ ਡਿਪੈਂਡ ਕਰਦਾ ਉਹ ਮੰਗ ਕੀ ਰਹੇ ਆ। ਇਹ ਨਾ ਸੋਚ ਲੈਣਾ ਵੀ ਜੋ ਨਾਮ ਵੰਡ ਰਹੇ ਸਾਨੂੰ ਕਿਉਂ ਨਹੀਂ ਮਿਲਿਆ। ਮੰਗਣ ਵਾਲੇ ਨੂੰ ਵੀ ਪੁੱਛਿਆ ਜਾਂਦਾ ਲੈਣ ਕੀ ਆਇਆ। ਫਿਰ ਜੋ ਕਹਦੇ ਜੀ ਮੈਨੂੰ ਤਾਂ ਚਾਹੀਦਾ, ਉਹ ਜੇ ਮੰਗੇ ਹੀ ਦੁਨਿਆਵੀ ਮੰਗੀ ਜਾਏ ਫਿਰ ਸਤਿਗੁਰੂ ਕਹਿੰਦੇ ਨਾਮ ਕਿਵੇਂ ਦਿਆਂ। ਜੇ ਤੂੰ ਨਾਮ ਮੰਗੇਗਾ ਮੈਂ ਨਾਮ ਦੇ ਦਿਆਂਗਾ, ਜੇ ਤੂੰ ਸ਼ਬਦ ਮੰਗੇਗਾ ਸ਼ਬਦ ਦੇ ਦਿਆਂਗਾ, ਜੇ ਤੂੰ ਸਿੱਖੀ ਦਾਤ ਮੰਗੇਗਾ ਉਹ ਦੇ ਦਿਆਂਗਾ, ਅੰਮ੍ਰਿਤ ਮੰਗੇਗਾ ਮੈਂ ਅੰਮ੍ਰਿਤ ਵੀ ਦੇ ਦਿਆਂਗਾ। ਮੇਰੀ ਤਾਂ ਆਪ ਜੀ ਨੂੰ ਇਹ ਬੇਨਤੀ ਹੈ ਕਿ ਗੁਰੂ ਰਾਮਦਾਸ ਸਮਰੱਥ ਨੇ ਜੀ, ਵੱਡੇ ਗੁਰੂ ਨੇ, ਸਮਰੱਥ ਗੁਰੂ ਨੇ, ਸਾਰਥਕ ਨੇ, ਪੂਰਨ ਨੇ। ਅੱਜ ਝੋਲੀਆਂ ਅੱਡ ਕੇ ਨਾਮ ਦੀ ਦਾਤ ਮੰਗੇ। ਬੜਾ ਕੁਛ ਉਹਨੇ ਦਿੱਤਾ, ਬੜਾ ਕੁਛ ਮਿਲਦਾ ਤੇ ਮਿਲਦਾ ਰਹਿਣਾ। ਜਿਹੜੀਆਂ ਚੀਜ਼ਾਂ ਅਸੀਂ ਨਹੀਂ ਵੀ ਮੰਗਦੇ ਉਹ ਵੀ ਮਿਲਦੀਆਂ ਨੇ। ਨਾਮ ਦੀ ਦਾਤ ਮੰਗ ਕੇ ਜਾਇਓ। ਉਹ ਨਾਮ ਨੂੰ ਫਿਰ ਹਰ ਵੇਲੇ ਹਰ ਸਮੇਂ ਜੇ ਦਿਨ ਰਾਤ ਗੁਰੂ ਰਾਮਦਾਸ ਜਪ ਰਿਹਾ, ਫਿਰ ਅਸੀਂ ਤਾਂ ਮਾਰੇ ਕਹਿੰਦੇ ਏਕ ਘੜੀ ਆਦੀ ਨੂੰ ਗੁਣ ਆਦ। ਕਿੰਨਾ ਸੌਖਾ ਕਰਕੇ ਕਿਹਾ, ਇੰਨਾ ਕੁ ਸਮਾਂ ਤਾਂ ਉਹਦੇ ਨਾਮ ਵਿੱਚ ਬਿਤਾ ਨਾ, ਇੰਨਾ ਕੁ ਸਮਾਂ ਤੁਹਾਨੂੰ ਯਾਦ ਕਰ, ਤੁਰਦੇ ਫਿਰਦੇ ਉੱਠਦੇ ਬਹਿੰਦੇ ਜਿੱਥੇ ਵੀ ਤੁਹਾਨੂੰ ਸਮਾਂ ਲੱਗਦਾ ਹੈ, ਜਿੱਥੇ ਵੀ ਟਾਈਮ ਲੱਗਦਾ ਉੱਥੇ ਹੀ ਅੱਖਾਂ ਬੰਦ ਕਰਕੇ ਧਿਆਨ ਲਾਉਣ ਦਾ ਯਤਨ ਕਰੋ, ਕੋਸ਼ਿਸ਼ ਕਰੋ। ਇੱਕ ਦਿਨ ਇਹ ਅੰਦਰ ਜਿਹੜਾ ਉਹ ਅੰਦਰ ਖੂਹਟਾ ਅੰਮ੍ਰਿਤ ਭਰਿਆ ਗੁਰ ਸ਼ਬਦ ਹੈ ਕਾਟ ਪੀਵੇ ਪਨਹਾਰੀ, ਜਿਹੜਾ ਅੰਦਰ ਅੰਮ੍ਰਿਤ ਦਾ ਖੂਹ ਭਰਿਆ, ਇੱਕ ਦਿਨ ਉਹ ਪ੍ਰਗਟ ਹੋ ਕੇ ਤੁਹਾਨੂੰ ਆਤਮਿਕ ਰਸ ਵਿੱਚ ਉਸ ਆਨੰਦ ਵਿੱਚ ਲੈ ਜਾਏਗਾ ਜਿਹਨੂੰ ਮਾਰੇ ਕਹਿੰਦੇ ਆ ਇਹੋ ਆਨੰਦ ਸਤਿਗੁਰ ਤੇ ਜਾਣਿਆ। ਜਿਹੜਾ ਆਨੰਦ ਗੁਰੂ ਤੋਂ ਜਾਣਿਆ ਜਾਂਦਾ ਹੈ, ਗੁਰੂ ਤੋਂ ਮਾਣਿਆ ਜਾਂਦਾ, ਉਹ ਆਨੰਦ ਦੀ ਤੁਹਾਨੂੰ ਪ੍ਰਾਪਤੀ ਹੋ ਜਾਏਗੀ। ਇੰਨੀਆਂ ਬੇਨਤੀਆਂ ਪ੍ਰਵਾਨ ਗੁਰੂ ਦੇ ਬਚਨ ਹਿਰਦੇ 'ਚ ਵਸਾਇਓ, ਮੇਰੀਆਂ ਭੁੱਲਾਂ ਨਾ ਚਤਾਰਿਓ। ਸੰਗਤ ਗੁਰੂ ਸਾਹਿਬ ਸਾਰਿਆਂ ਦਾ ਹੀ ਧੰਨਵਾਦ ਜਿਹੜੇ ਕਿਰਪਾ ਕਰਕੇ ਸੇਵਾ ਲੈ ਰਹੇ ਨੇ। ਦੇਵੋ ਸੱਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸੋ ਮੇਲ, ਭੁੱਲਾਂ ਚੁੱਕਾਂ ਦੀ ਖਿਮਾ। ਆਖਰੀ ਪੰਕਤੀਆਂ ਦਾ ਪਾਠ ਸਰਪਣ ਕਰਕੇ ਸਮਾਪਤੀ ਕਰੀਏ ਜੀ। ਭੰਗਦਾਸ ਸੁਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਆ। ਰਾਮਦਾਸ ਗੁਰੂ ਹਰ ਸਤ ਕੀਆ, ਸਮਰੱਥ ਗੁਰੂ ਸਿਰ ਹੱਥ ਧਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਹਿਜ ਸਿੱਖੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ।
ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਹੈ ਨਾਨਕ ਮਨ ਮੇਰੀ ਸਦਾ ਰਹੂ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਦਾਤਾ ਤੇਰੇ ਸਭ ਸ਼ੈ ਜਿਸ ਦੇ ਸੁਖ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸ